KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 3 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਜਾਣੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਆ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਪੰਜਾਬੀ ਆਵਾਜ਼ ਦੇ ਸਾਰੇ ਸਰੋਤਿਆਂ ਨੂੰ ਆਦਾਬ ਜੀ। ਡਾਕਟਰ ਸਾਹਿਬ ਅੱਜ ਗੱਲਬਾਤ ਦਾ ਆਪਾਂ ਸਿਲਸਿਲਾ ਸ਼ੁਰੂ ਕਰਦੇ ਜੀ ਓਨਟਾਰੀਓ 'ਚੋਂ। ਪੀਸੀ ਪਾਰਟੀ ਨੇ ਬਹੁਮਤ ਹਾਸਲ ਹੀ ਨਹੀਂ ਕੀਤਾ, ਸਗੋਂ ਵੱਧ ਸੀਟਾਂ ਉੱਤੇ ਕਬਜ਼ਾ ਵੀ ਕੀਤਾ। ਓਨਟਾਰੀਓ ਨਿਵਾਸੀਆਂ ਨੇ ਡਗਫੋਰਡ ਤੇ ਉਹਨਾਂ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਿੱਚ ਪੂਰਾ ਯਕੀਨ ਦਿਖਾਇਆ ਤੇ ਇੱਕ ਵਾਰੀ ਫਿਰ ਉਹਨਾਂ ਨੂੰ ਬਹੁ ਗਿਣਤੀ ਸਰਕਾਰ ਬਣਾਉਣ ਦਾ ਮੌਕਾ ਵੀ ਦਿੱਤਾ। ਤੇ ਫੋਰਡ ਸਰਕਾਰ ਦੀ ਜਿੱਤ ਦੇਖ ਲਓ ਤੁਸੀਂ ਵੀ ਇੰਨੀ ਜ਼ਿਆਦਾ ਦਮਦਾਰ ਰਹੀ ਹੈ ਕਿ ਦੋਵਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਤੱਕ ਦੇ ਦਿੱਤੇ। ਮਾਈਕ ਹੈਰਿਸ ਦੀ 1995 ਤੇ 1999 ਵਿੱਚ ਲਗਾਤਾਰ 2 ਵਾਰ ਹੋਈ ਜਿੱਤ ਤੋਂ ਲੰਬਾ ਸਮਾਂ ਬਾਅਦ ਅਜਿਹਾ ਹੋਇਆ ਕਿ ਕੰਜ਼ਰਵੇਟਿਵਸ ਨੂੰ ਮੁੜ ਲਗਾਤਾਰ 2 ਵਾਰੀ ਜਿੱਤ ਦਰਜ ਕਰਵਾਉਣ ਦਾ ਮੌਕਾ ਮਿਲਿਆ। ਇਸ ਵਾਰੀ ਕੰਜ਼ਰਵੇਟਿਵ ਮੁੜ ਸੱਤਾ ਵਿੱਚ ਹੀ ਨਹੀਂ ਆਏ, ਸਗੋਂ ਉਹਨਾਂ ਕੁਈਨਜ਼ ਪਾਰਕ ਵਿੱਚ ਆਪਣੀਆਂ ਸੀਟਾਂ ਵਿੱਚ ਵੀ ਵਾਧਾ ਕੀਤਾ। ਕਿਸੇ ਵੀ ਪਾਰਟੀ ਨੂੰ ਜਿੱਤ ਹਾਸਲ ਕਰਨ ਲਈ ਇਹਨਾਂ ਚੋਣਾਂ 'ਚ 63 ਸੀਟਾਂ ਦੀ ਲੋੜ ਸੀ ਤੇ ਕੰਜ਼ਰਵੇਟਿਵ 124 ਹਲਕਿਆਂ ਵਿੱਚੋਂ 83 ਸੀਟਾਂ ਉੱਤੇ ਜਿੱਤ ਹਾਸਲ ਕਰ ਚੁੱਕੇ ਆ। ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਸਿਚੁਏਸ਼ਨ ਨੂੰ? ਦੇਖੋ, ਇੱਕ ਤਾਂ ਉੱਥੇ ਉਹਨਾਂ ਨੇ ਸੀਟਾਂ ਪਿਛਲੇ ਨਾਲੋਂ ਵਧਾਈਆਂ ਡਗਫੋਰਡ ਨੇ। ਦੂਸਰੀ ਗੱਲ ਇਹਨਾਂ ਦੀ ਦੇਖਣ ਵਾਲੀ ਕਿ NDP ਤੇ ਉਹ ਲੀਕ ਕਰਨ ਲੱਗੇ ਸੀ ਹਫ਼ਤਾ ਪਹਿਲਾਂ ਹੀ। ਹਾਂਜੀ, ਆਪਣੇ ਦੱਸਣ ਲਈ ਲੋਕਾਂ ਨੂੰ ਕਿ ਅਸੀਂ ਸੈਕੰਡ ਆਉਣਾ ਮੈਮੋਜ਼ ਦਿਖਾ ਆਪਣੀ ਪੋਲਿੰਗ ਦਿਖਾਉਂਦੇ ਸੀ ਲੋਕਾਂ ਨੂੰ। ਹਾਂਜੀ, NDP ਦੀ ਜਿੱਥੇ ਤੱਕ ਗੱਲ ਆ, ਜਿਹੜੀ ਉਹਨਾਂ ਦੀ ਲੀਡਰ ਸੀ ਉਹ ਚੌਥੀ ਇਲੈਕਸ਼ਨ ਸੀ ਉਹਦੀ, ਵੈਸੇ 3 ਪਹਿਲਾਂ ਹਾਰ ਚੁੱਕੀ ਸੀ ਤੇ ਇੱਕ ਲੀਡਰ ਨੂੰ ਵੈਸੇ ਇੱਕ ਚਾਂਸ ਹੀ ਦੇਣਾ ਚਾਹੀਦਾ ਵੈਸੇ ਨਾਰਮਲੀ ਜੀ। ਜਦੋਂ ਕੈਂਡੀਡੇਟ ਖੜਦੇ ਜੁਦੀ ਗੱਲ ਆ, ਪਰ ਇੱਕ ਲੀਡਰ ਨੂੰ ਇੱਕ ਚਾਂਸ ਹੀ ਮਿਲਦਾ, ਵੈਸੇ ਕੈਨੇਡੀਅਨ ਟ੍ਰੈਡੀਸ਼ਨ ਹੈ। ਤੇ ਉਹਨਾਂ ਨੇ ਚੌਥੀ ਵਾਰੀ, ਇੱਕ ਜਗਮੀਤ ਸਿੰਘ ਹੁਣ ਤੀਜੀ ਵਾਰੀ ਚੱਲੇ ਆ। ਇਹ ਪਹਿਲੇ ਲੀਡਰ ਆ ਵੀ ਜਿਹੜੇ 44 ਪਹਿਲਾਂ ਹੁੰਦੀਆਂ ਸੀ ਮਾਲਕੇਰ ਦੇ ਅੰਡਰ ਸੀਟਾਂ ਇਹਨਾਂ ਦੀਆਂ NDP ਦੀਆਂ, 44 ਤੋਂ ਘਟਾ ਕੇ ਹੁਣ 25 ਕਰਤੀਆਂ ਤੇ ਫੇਰ ਵੀ ਭੰਗੜਾ ਪਾਉਂਦੇ ਸੀ। ਇੱਕ ਤਾਂ ਬੇਸ਼ਰਮੀ, ਦੂਸਰਾ ਭੰਗੜਾ। ਤੇ ਇਹਨਾਂ ਦੇ ਬ੍ਰਦਰ ਜਿਹੜੇ ਆ 2018 ਦੇ ਵਿੱਚ ਉੱਥੇ ਗੁਰਰਤਨ ਸਿੰਘ ਜਿੱਤਿਆ ਸੀ। ਜੇ ਤੁਸੀਂ ਪਹਿਲੀ ਵਾਰੀ ਜਿੱਤੇ ਆ ਨਾ, ਉਦੋਂ ਤਾਂ ਹੁੰਦੀ ਪਾਰਟੀ ਦਾ ਕੰਮ, ਕਿਉਂਕਿ ਲੋਕੀ ਜਾਣਦੇ ਨਹੀਂ ਹੁੰਦੇ ਤੁਹਾਨੂੰ, ਤੁਸੀਂ ਕੌਣ ਹੈ, ਤੁਸੀਂ ਕੌਣ ਨਹੀਂ ਹੈ। ਪਰ ਫਿਰ ਤੁਹਾਨੂੰ 4 ਸਾਲ ਮੌਕਾ ਮਿਲਿਆ ਲੋਕਾਂ ਨਾਲ ਗੱਲ ਕਰਨ ਦਾ, ਲੋਕਾਂ ਨਾਲ ਸਰਵਿਸ ਦੇਣ ਦਾ। ਉਸ ਤੋਂ ਬਾਅਦ ਤੁਹਾਨੂੰ ਬੁਰੀ ਹਾਲ ਹੋ ਜਾਵੇ, ਫਿਰ ਇਹਦਾ ਮਤਲਬ ਤੁਹਾਡੇ ਵਿੱਚ ਕੋਈ ਨੁਕਸ ਹੈਗਾ। ਹਾਂਜੀ। ਤੇ ਜਗਮੀਤ ਸਿੰਘ ਬਾਰੇ ਵੀ ਸ਼ਾਇਦ ਪਤਾ ਲੱਗ ਜਾਊ ਅਗਲੀ ਵਾਰ ਨੂੰ। ਹੁਣ ਤੇ ਤੀਜੀ ਵਾਰੀ ਕਹਿੰਦੇ ਹੁੰਦੇ ਆ ਬੇਸਬਾਲ ਦੇ ਵਿੱਚ ਵੀ 3 strikes ਯੂ ਆਰ ਆਊਟ। ਯੈਸ। ਤੇ 3 ਵਾਰੀ ਹਾਰ ਕੇ ਜੇ ਜਾਣਾ ਆ ਤੇ NDP ਦਾ ਟ੍ਰੈਡੀਸ਼ਨ ਹੀ ਬਣ ਚੁੱਕਾ ਉੱਥੇ। ਓਨਟਾਰੀਓ ਦੇ ਵਿੱਚ ਇਹ ਸਾਡੀ ਪੁਰਾਣਾ ਏਰੀਆ ਇਹੀ ਆ। ਓਨਟਾਰੀਓ ਤੋਂ ਕਿਊਬੈਕ, ਜਿੱਥੋਂ ਸ਼ਬਦ ਐਕਚੁਅਲੀ ਕੈਨੇਡਾ ਸ਼ੁਰੂ ਹੋਇਆ। ਪਹਿਲਾਂ ਜਦੋਂ ਜੌਕ ਕਾਰਟੀਏ ਆਇਆ ਸੀ, ਫ੍ਰੈਂਚ ਐਕਸਪਲੋਰਰ, ਉਹ ਕਿਤੇ ਆਪਣੇ ਕਨੂਹ ਦੇ ਵਿੱਚ ਫਿਰਦਾ ਤੇ ਕਿਊਬੈਕ ਦੇ ਵਿੱਚ, ਜਿਹਨੂੰ ਅਸੀਂ ਅੱਜ ਕੱਲ੍ਹ ਕਿਊਬੈਕ ਕਹਿੰਦੇ ਹਾਂ, ਉੱਥੇ ਉਹ ਨੇਟਿਵ 2 ਯੂਥ ਜਿਹੜੇ ਨੌਜਵਾਨ ਫਿਰਦੇ ਸੀ, ਉਹਨਾਂ ਨੂੰ ਹੁਣ ਨਾ ਤਾਂ ਉਹਨਾਂ ਨੂੰ ਸਮਝ ਆਵੇ ਨਾ ਉਹਨੂੰ ਸਮਝ ਆਵੇ। ਉਹ ਪੁੱਛਦਾ ਸੀ ਰਾਹ ਕਿਤੇ ਵੀ ਲਾਗੇ ਕੋਈ ਟਾਊਨ ਹੋਵੇ, ਕੋਈ ਸਿਟੀ ਹੋਵੇ, ਕੋਈ ਨਾ ਕੋਈ ਸੈਟਲਮੈਂਟ ਹੋਵੇ, ਜਿਹਨੂੰ ਅਸੀਂ ਆਪਣੇ ਕਹਿੰਦੇ ਜਾਂ ਪਿੰਡ ਕਹਿੰਦੇ ਆ ਜਾਂ ਮੁਹੱਲਾ ਕਹਿ ਦਿੰਦੇ ਆ, ਕਿਤੇ ਨਾ ਕਿਤੇ ਕੋਈ ਸੈਟਲਮੈਂਟ। ਉਹ ਉਹਨਾਂ ਨੂੰ ਪੁੱਛੇ ਨਾ ਉਹਨਾਂ ਨੂੰ ਸਮਝ ਆਵੇ ਨਾ ਉਹਨਾਂ ਨੂੰ ਸਮਝ ਆਵੇ। ਤਾਂ ਉਹ ਮੁੰਡਿਆਂ ਨੇ ਸਮਝ ਲਿਆ ਵੀ ਇਹ ਸਾਨੂੰ ਪੁੱਛਦਾ ਆ ਵੀ ਇੱਥੇ ਪਿੰਡ ਦਾ ਨਾਂ ਸੀ ਕਾਨਡਾ, ਉੱਥੇ ਲਾਗੇ। ਹਾਂਜੀ। ਤਾਂ ਉਹਨਾਂ ਨੇ ਕਿਹਾ ਵੀ ਕਾਨਡਾ ਉਹ ਏਦਾਂ ਕਰਦੇ ਸੀ। ਤੇ ਉਹਨੇ ਸੋਚਿਆ ਵੀ ਸ਼ਾਇਦ ਕੋਈ ਟਾਊਨ ਦਾ ਨਾਂ ਲੈ ਰਿਹਾ ਜਾਂ ਇਸ ਇਲਾਕੇ ਨੂੰ ਕਹਿੰਦੇ ਹੋਣੇ ਆ।
ਤੇ ਉਹ ਫਿਰ ਤੁਰ ਪਿਆ। ਉਹ ਡਾਇਰੀ 'ਚ ਉਹਨੇ ਇਹ ਨੋਟ ਕੀਤਾ ਵੀ ਇਸ ਦੇਸ਼ ਨੂੰ ਕੈਨੇਡਾ ਕਹਿੰਦੇ ਜੀ, ਤਾਂ ਉੱਥੋਂ ਕੈਨੇਡਾ ਦਾ ਸ਼ਬਦ ਸ਼ੁਰੂ ਹੋਇਆ। ਤੇ ਇੰਟੀਰੀਓ ਕਿਊਬੈਕ ਨੂੰ ਪਹਿਲਾਂ ਕਿਊਬੈਕ ਹੀ ਕਹਿੰਦੇ ਹੁੰਦੇ ਸੀ, ਇਸ ਸਾਰੇ ਏਰੀਏ ਨੂੰ, ਇੰਟੀਰੀਓ ਨੂੰ ਵੀ ਤੇ ਕਿਊਬੈਕ ਨੂੰ ਵੀ ਕਿਊਬੈਕ ਕਹਿੰਦੇ ਸੀ। ਕਿਊਬੈਕ ਸ਼ਬਦ ਹੈਗਾ, ਜਿਹੜੀ ਤੁਸੀਂ ਕਿਊਬੈਕ ਸਿਟੀ 'ਚ ਗਏ, ਜਿਹੜੀ ਉਹਨਾਂ ਦੀ ਰਾਜਧਾਨੀ ਆ, ਬਹੁਤ ਸੋਹਣੀ ਆ। ਉਹਦੇ ਨਾਲ ਪਿਛਲੇ ਪਾਸੇ ਸੇਂਟ ਲਾਰੈਂਸ ਇੱਕ ਦਰਿਆ ਆ, ਬਹੁਤ ਵੱਡਾ ਦਰਿਆ ਆ। ਜਦੋਂ ਬਿਲਕੁਲ ਕਿਊਬੈਕ ਸਿਟੀ ਦੇ ਕਲੋਜ਼ ਆਉਂਦਾ ਆ, ਉਹ 'ਚ ਇੱਕ ਨੈਰੋ ਨੂੰ ਅਸੀਂ ਕੀ ਕਹਾਂਗੇ ਪੰਜਾਬੀ 'ਚ? ਤੰਗ, ਹਾਂ, ਤੰਗ ਸਟ੍ਰੇਟ ਬਣ ਜਾਂਦੀ ਹੈ ਉਹਦੀ। ਤਾਂ ਉਹਦਾ ਅਲਗੌਂਕੁਆਨ ਇੰਡੀਅਨ ਸ਼ਬਦ ਹੈ, ਇਹ ਇੰਡੀਅਨ ਮਤਲਬ ਨੇਟਿਵ ਸ਼ਬਦ। ਹਾਂਜੀ, ਸਾਨੂੰ ਇੰਡੀਅਨ ਵੀ ਦੇਖਣਾ ਪੈਂਦਾ ਨਾ, ਕਿਹੜੇ ਇੰਡੀਅਨ ਦੀ ਗੱਲ ਕਰਦੇ ਆ। ਉਹਦਾ ਮਤਲਬ ਹੈਗਾ ਨੈਰੋ ਸਟ੍ਰੇਟ, ਕਿਊਬੈਕ ਦਾ ਮਤਲਬ ਜੀ, ਹੋਰ ਕੋਈ ਮਤਲਬ ਨਹੀਂ। ਫਰਾਂਸ ਵਾਲੇ ਕਿਊਬੈਕ ਨੂੰ ਕਹਿੰਦੇ ਹੁੰਦੇ ਸੀ ਨਿਊ ਫਰਾਂਸ। ਤੇ ਕਿਊਬੈਕ ਇੱਕ ਏਰੀਆ ਸਾਰੇ ਜਿੱਥੇ ਸੈਟਲਮੈਂਟ ਹੋਈ ਸੀ, ਇੰਗਲਿਸ਼ ਵੀ ਸੀ, ਫ੍ਰੈਂਚ ਵੀ ਸੀ। ਫ੍ਰੈਂਚ ਜ਼ਿਆਦਾ ਸੀ, ਇੰਗਲਿਸ਼ ਘੱਟ ਸੀ। 1791 ਦੇ ਵਿੱਚ ਜਦੋਂ ਯੂਨੀਅਨ ਆਫ ਕੈਨੇਡਾ ਪਹਿਲਾ ਐਕਟ ਬਣਾਇਆ ਬ੍ਰਿਟਿਸ਼ ਪਾਰਲੀਮੈਂਟ ਨੇ, ਉਸ ਵੇਲੇ ਇਹਨੂੰ ਵੰਡਿਆ। ਇਹਨੂੰ ਕਹਿਣ ਲੱਗੇ ਅਪਰ ਕੈਨੇਡਾ, ਲੋਅਰ ਕੈਨੇਡਾ। ਅਪਰ ਕੈਨੇਡਾ ਸੀ ਇੰਟੀਰੀਓ, ਲੋਅਰ ਕੈਨੇਡਾ ਸੀ ਕਿਊਬੈਕ। ਤੇ ਇਹਨਾਂ ਨੂੰ ਪਹਿਲੀ ਵਾਰੀ ਹੋਇਆ ਉਹਨਾਂ ਨੇ ਇਤਿਹਾਸ ਦੇ ਵਿੱਚ ਕਿ ਇਹਨਾਂ ਦੋਹਾਂ ਇਲਾਕਿਆਂ ਨੂੰ ਆਪਣੀਆਂ ਆਪਣੀਆਂ ਅਸੈਂਬਲੀਜ਼ ਬਣਾ ਕੇ ਦਿੱਤੀਆਂ। ਤੇ ਇਹਨਾਂ ਨੂੰ ਅਸੈਂਬਲੀਜ਼ ਦੇ ਵਿੱਚ ਆਪਣੇ ਲੋਅਰ ਹਾਊਸ ਨੂੰ ਕਮ ਸੇ ਕਮ ਇਲੈਕਟ ਕਰ ਸਕਦੇ ਸੀ, ਵੋਟਿੰਗ ਹੱਕ ਦਿੱਤੇ। ਵੋਟਿੰਗ ਹੱਕ ਜਿਹੜੇ ਆ ਉੱਥੇ ਵੀ ਇੱਕ ਯਾਦ ਕਰਨ ਵਾਲੀ ਗੱਲ ਹੈ, ਜਿਹੜੇ ਤਾਂ ਇੰਗਲਿਸ਼ ਸੀਗੀ, ਇੰਗਲਿਸ਼ ਕਾਮਨ ਲਾਅ ਦੇ ਵਿੱਚ ਜਿਹੜਾ ਮਰਦ ਹੀ ਇਨਹੈਰਿਟ ਕਰਦਾ ਪ੍ਰਾਪਰਟੀ। ਸੋ ਜਿਹੜਾ ਵੋਟਿੰਗ ਰਾਈਟ ਸੀ ਉਹ ਨਾ ਮਰਦਾਂ ਦੇ ਕੋਲ ਸੀ, ਜਿਨ੍ਹਾਂ ਦੇ ਕੋਲ ਪ੍ਰਾਪਰਟੀ ਸੀ। ਹੁਣ ਫ੍ਰੈਂਚ ਜਿਹੜੇ ਸਿਵਲ ਲਾਅ ਦੇ ਵਿੱਚ ਔਰਤਾਂ ਵੀ ਬਰਾਬਰ ਦੀਆਂ ਹੱਕਦਾਰ ਆ। ਸੋ ਜਿਹੜੇ ਕਿਊਬੈਕ ਦੀਆਂ ਔਰਤਾਂ ਨੂੰ, ਜਿਨ੍ਹਾਂ ਦੇ ਕੋਲ ਪ੍ਰਾਪਰਟੀ ਹੁੰਦੀ ਸੀ ਜੀ, ਉਹ ਵੋਟ ਕਰ ਸਕਦੀਆਂ ਸੀ। 21 ਸਾਲ ਦੀਆਂ ਹੋਣਗੀਆਂ, ਉਹ ਵੋਟ ਕਰ ਸਕਦੀਆਂ ਸੀ। ਸੋ ਜ਼ਿਆਦਾ ਪ੍ਰੋਗਰੈਸਿਵ ਸੀ ਐਕਚੁਅਲੀ, ਇੰਗਲਿਸ਼ ਨਾਲੋਂ ਜ਼ਿਆਦਾ ਪ੍ਰੋਗਰੈਸਿਵ ਸੀ ਜੀ। ਤੇ ਵੈਸੇ ਉਹਨਾਂ ਦੀ ਲੰਬੀ ਚੌੜੀ ਸਟੋਰੀ ਆਏ। ਵੈਸੇ ਸ਼ੁਰੂ ਹੋਇਆ ਜਿੱਥੋਂ ਕੈਨੇਡਾ ਯੂਨੀਅਨ ਤੋਂ, ਤੇ ਇੰਟੀਰੀਓ ਇਹ ਥੋੜਾ ਜਿਹਾ ਇਤਿਹਾਸ ਹੈ, ਕਿਤੇ ਹੋਰ ਵੀ ਗੱਲ ਕਰਾਂਗੇ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈ ਰੀਅਲ estate ਮਾਰਕੀਟ ਦੇ ਨਾਲ। ਵਿਕਟੋਰੀਆ ਰੀਅਲ estate ਮਾਰਕੀਟ ਜੋ ਹੈ ਕਾਫੀ ਜ਼ਿਆਦਾ ਕੂਲ ਆਫ ਹੋਈ ਹੈ ਪਹਿਲਾਂ ਨਾਲੋਂ। ਤੇ ਬੋਰਡ ਵੱਲੋਂ ਰਿਲੀਜ਼ ਕੀਤੇ ਗਏ ਜਿਹੜੇ ਮੰਥਲੀ ਸੇਲਸ ਫਿਗਰ ਹੁੰਦੇ ਆ, ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਇਸ ਮਹੀਨੇ ਦੇ ਐਂਡ 'ਚ 1776 ਲਿਸਟਿੰਗਸ ਸੀ, ਜੋ ਕਿ ਪਿਛਲੇ ਸਾਲ ਦੇ ਉਸ ਸਮੇਂ ਨਾਲੋਂ 30% ਜ਼ਿਆਦਾ ਨੇ। ਕੀ ਕਹਿਣਾ ਚਾਹੋਗੇ? ਦੇਖੋ, ਇਹ ਇੱਕ ਜਨਰਲ ਟ੍ਰੈਂਡ ਹੈ ਸਾਰੇ ਸਿਟੀਜ਼ ਦੇ ਵਿੱਚ। ਵਿਕਟੋਰੀਆ ਦੇ ਵਿੱਚ ਉਹਨਾਂ ਨੇ ਰੀਅਲ estate ਐਸੋਸੀਏਸ਼ਨ ਨੋਟ ਕੀਤਾ ਕਿ ਇਨਵੈਂਟਰੀ ਵੀ ਜ਼ਿਆਦਾ ਹੈ ਔਰ ਥੋੜ੍ਹੀਆਂ ਜਿਹੀਆਂ ਪ੍ਰਾਈਸਿਸ ਘਟੀਆਂ। ਹਾਂਜੀ, ਜ਼ਿਆਦਾ ਨਹੀਂ ਘਟੀਆਂ, ਅਜੇ ਥੋੜ੍ਹੀਆਂ ਜਿਹੀਆਂ ਘਟੀਆਂ। ਤਾਂ ਇਸ ਕਰਕੇ ਉਹ ਲੱਗਦਾ ਕਿ ਟ੍ਰੈਂਡ ਸ਼ਾਇਦ ਉਹ ਹੋਰ ਵੀ ਥੋੜ੍ਹਾ ਜਿਹਾ ਫਰਕ ਪਏ ਪ੍ਰਾਈਸਿਸ ਦੇ ਵਿੱਚ। ਤੇ ਦੂਸਰੀ ਗੱਲ ਇੱਕ ਹੋਰ ਵੀ ਨਾਲ ਵਿਕਟੋਰੀਆ ਦੇ ਵਿੱਚ ਜੁੜੀ ਆ ਕਿ ਵਿਕਟੋਰੀਆ ਦੀ ਜਿਹੜੀ ਸਿਟੀ ਕੌਂਸਲ ਹੈ, ਜਿੱਦਾਂ ਪ੍ਰੋਵਿੰਸ਼ੀਅਲ ਸਰਕਾਰ ਨੇ ਪੈਸੇ ਰੱਖੇ ਆ ਹਾਊਸਿੰਗ ਡਿਵੈਲਪਮੈਂਟ ਲਈ। ਹਾਂਜੀ, ਉਹਨਾਂ ਨੇ ਇਹ ਕਿਹਾ ਸੀ ਕਿ ਪ੍ਰਾਈਵੇਟ ਡਿਵੈਲਪਰਸ ਨੂੰ ਇਹ ਤੁਸੀਂ ਥੋੜ੍ਹੇ ਜਿਹੇ ਪੈਸੇ ਸਾਡੇ ਤੋਂ ਲਓ, ਥੋੜ੍ਹੇ ਜਿਹਾ ਤੁਸੀਂ ਪਾਓ ਤੇ ਅਫੋਰਡੇਬਲ ਹਾਊਸਿੰਗ ਬਣਾਓ ਜੀ। ਤੇ ਉਹਨਾਂ ਨੇ ਇੱਕ ਮਤਾ ਪਾਸ ਕਰ ਦਿੱਤਾ ਕਿ ਜਿਹੜੇ ਨਵੇਂ ਉਹ ਯੂਨਿਟ ਬਣਨੇ ਸੀ ਉਹ ਬੰਦ ਕਰਤੇ ਉਹਨਾਂ ਨੇ। ਕਹਿੰਦੇ ਕਿ ਅਗਲੀ ਇਲੈਕਸ਼ਨ ਤਾਈਂ ਇਹ ਬੰਦ ਹੀ ਰਹਿਣਗੇ। ਹੁਣ ਜੇ ਤੁਸੀਂ ਵਿਕਟੋਰੀਆ ਦੇ ਵਿੱਚ ਪੁਰਾਣਾ ਘਰ ਢਾਹ ਕੇ ਵੱਡਾ ਮਹਿਲ ਬਣਾਉਣਾ ਹੈ, ਉਹਨੂੰ ਤਾਂ ਦੇਣ ਦੇ ਉਹਦੀ ਇਜਾਜ਼ਤ ਦੀ ਕੋਈ ਲੋੜ ਨਹੀਂ ਹੈ। ਤੇ ਜੇ ਇੱਕ ਜਗ੍ਹਾ ਤੇ ਓਨੀ ਥਾਂ ਤੇ ਤੁਸੀਂ 3 ਘਰ ਬਣਾਉਣੇ ਆ ਛੋਟੇ, ਜਿਨ੍ਹਾਂ ਦੇ ਵਿੱਚ 3 ਪਰਿਵਾਰ ਆ ਸਕਦੇ ਆ, 3 ਨਵੇਂ ਬਾਇਰਸ ਆ ਸਕਦੇ ਆ, ਉਹਨਾਂ ਤੇ ਬੰਦ ਕਰਤਾ। ਕਿਉਂਕਿ ਮੇਅਰ ਨੂੰ ਤਾਂ ਕੋਈ ਫਰਕ ਨਹੀਂ ਹੁਣ, ਹਾਂਜੀ, ਉਹ ਤਾਂ ਰਿਟਾਇਰ ਹੋਣ ਲੱਗੀ ਹੈ ਜੀ। ਸੋ ਜਿਹੜੇ ਬਾਕੀ ਦੇ ਕੌਂਸਲ ਵਾਲੇ, ਉਹਨਾਂ ਨੇ ਕਿਉਂ ਇਹਦੀ ਸਪੋਰਟ ਕੀਤੀ ਆ, ਉਹ ਸਮਝ ਨਹੀਂ ਆਉਂਦੀ ਹੈ ਜੀ। ਹਾਂਜੀ, ਤੇ BC ਦੀ ਜਿਹੜੀ ਸਰਕਾਰ ਆ ਉਹ ਨੁਕਤਾਚੀਨੀ ਤਾਂ ਕਰ ਲੈਂਦੇ ਆ, ਪਰ ਕਰਦੇ ਕੁਛ ਨਹੀਂ ਕਦੇ। ਹਾਂਜੀ, ਇਹ ਉਹਨਾਂ ਨੇ ਹੱਥ ਜੋੜ ਕੇ ਰੱਖੇ ਆ ਕਿ ਜਦੋਂ ਪਿਛਲੇ ਅੱਗੇ ਵੈਨਕੂਵਰ ਦੀ ਗੱਲ ਕਰਦੇ ਸੀ ਕਿ ਇਹ
ਪੈਸੇ ਜ਼ਿਆਦਾ ਲੈਂਦੇ ਆ ਤੇ ਪਰਮਿਟ ਦੇਣ ਨੂੰ ਬਹੁਤ ਚਿਰ ਲਾਉਂਦੇ। ਹਾਂਜੀ। ਤੇ ਉਦੋਂ ਵੀ ਮਿਸਟਰ ਈ ਵੀ ਇਦਾਂ ਕਹਿੰਦੇ ਸੀ, ਮਿਨਿਸਟਰ ਈ ਵੀ, ਕਿ ਇਹ ਗਲਤ ਗੱਲ ਹੈ, ਅਸੀਂ ਉਹਨਾਂ ਦਾ ਟੇਕ ਓਵਰ ਕਰ ਲੈਣਾ, ਫੜਨਾ ਕਰ ਲੈਣਾ। ਕੀਤਾ ਕੁਛ ਨਹੀਂ, ਡਰਾਵਾ ਦਿੱਤਾ ਸੀ। ਨਹੀਂ, ਡਰਾਵਾ ਨਹੀਂ, ਉਹ ਪ੍ਰੈਸ ਨੂੰ ਨੋਟ ਦੇਣਾ ਹੁੰਦਾ ਨਾ, ਬਸ ਇਹ PR ਤਾਂ ਹੀ ਸੀਮਤ ਹੈ ਇਹਨਾਂ ਦਾ ਜੀ। ਇਦਾਂ ਹੀ ਹਰਨੇ ਆ ਇਹ 24 ਦੇ ਵਿੱਚ ਜੀ। PR ਨੂੰ ਤੁਸੀਂ ਕਰੀ ਚੱਲੋ, ਕੋਈ ਗੱਲ ਨਹੀਂ, ਲੋਕੀ ਦੇਖਦੇ ਆ। ਜੇ ਲੋਕੀ ਦੂਸਰੇ ਪਾਸੇ ਇਸ ਵੇਲੇ ਨਹੀਂ ਝੁਕਦੇ, ਇਸ ਕਰਕੇ ਨਹੀਂ ਝੁਕਦੇ ਕਿ ਜਿਹੜਾ ਬੰਦਾ ਉਹਨਾਂ ਨੇ ਲੀਡਰ BC ਲਿਬਰਲ ਨੇ ਚੁਣਿਆ, ਉਹ ਪਹਿਲਾਂ 16 ਸਾਲ ਇਸ ਸੂਬੇ ਦੇ ਵਿੱਚ ਪਾਵਰ ਦੇ ਵਿੱਚ ਰਹਿ ਚੁੱਕੇ ਆ, ਵੱਖ-ਵੱਖ ਮੰਤਰਾਲੇ ਸੰਭਾਲੇ ਉਹਨਾਂ ਨੇ, ਉਦੋਂ ਤਾਂ ਕੁਝ ਕੀਤਾ ਨਹੀਂ ਤੇ ਹੁਣ ਉਹਨਾਂ ਨੇ ਕੀ ਕਰ ਦੇਣਾ। ਜੀ ਬਿਲਕੁਲ ਡਾਕਟਰ ਸਾਹਿਬ, ਸਹੀ ਕਿਹਾ ਤੁਸੀਂ। ਪਰ 24 ਦੇ ਵਿੱਚ ਫੇਰ ਵੀ ਆਸ ਇਦਾਂ ਦੀ, ਹੁਣ ਜਿੱਦਾਂ ਗੱਲਾਂ ਕਰੀ ਜਾਣੀਆਂ, PR ਦਿਖਾੜੀ ਜਾਣੀ ਆ ਤੇ ਕਰਨਾ ਕੁਛ ਨਹੀਂ ਜੀ। ਉਹ ਪ੍ਰਚਾਰ ਕਰਨ ਦੇ ਲਈ ਫਿਰ ਉਹਨਾਂ ਨੂੰ ਬੁਲੇਟ ਪੁਆਇੰਟਸ ਮਿਲ ਜਾਣਗੇ ਨਾ, ਉਦੋਂ ਨੂੰ ਬੁਲੇਟ ਪੁਆਇੰਟ ਲੈਂਦੇ ਕੋਈ ਗੱਲ ਨਹੀਂ, ਕਹਿੰਦੇ ਹੁੰਦੇ ਹੌਲੀ ਹੌਲੀ ਨੱਚ ਕੁੜੇ ਜੜਿਆਲ ਨੇੜੇ ਆ ਗਿਆ। ਹਾਂਜੀ, ਤੇ 2 ਸਾਲ ਰਹਿ ਗਏ ਬਸ। ਡਾਕਟਰ ਸਾਹਿਬ ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਇਕੋਨੋਮਿਸਟ ਦਾ ਕਹਿਣਾ ਕਿ ਕੈਨੇਡਾ 1970s ਦੇ ਦਹਾਕੇ ਦੇ ਸਟਾਈਲ ਦੀ ਸਟੈਗਫਲੇਸ਼ਨ ਦੇ ਯੁੱਗ ਵੱਲ ਨੂੰ ਵੱਧ ਰਿਹਾ। ਵੱਧਦੀਆਂ ਹੋਈਆਂ ਕੀਮਤਾਂ, ਬੇਰੁਜ਼ਗਾਰੀ ਦਾ ਜਿਹੜਾ ਇਹ ਅਸਧਾਰਨ ਜਿਹਾ ਮਿਸ਼ਰਣ ਹੈਗਾ, ਇਹਨੇ 40 ਸਾਲ ਜੋ ਪਹਿਲਾਂ ਦਾ ਰੈਕਡ ਹੈਗਾ, ਇਹਨੇ ਉਹਨੂੰ ਵੀ ਤੋੜ ਕੇ ਰੱਖ ਦਿੱਤਾ, ਦੇਸ਼ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਬਹੁਤ ਸਾਰੇ ਇਕੋਨੋਮਿਸਟ ਦਾ ਇਹ ਵਿਊ ਆ ਕਿ ਅਸੀਂ ਜਿਹੜਾ 70s ਦੇ ਵਿੱਚ ਹੋਇਆ ਸੀ 1970 ਦੇ ਵਿੱਚ, ਉਦੋਂ 2 ਗੱਲਾਂ ਹੋਈਆਂ। ਇੱਕ ਤਾਂ ਆਇਲ ਪ੍ਰੋਡਿਊਸਿੰਗ ਐਕਸਪੋਰਟਿੰਗ ਕੰਟਰੀਜ਼ ਨੇ OPEC ਬਣਾ ਲਈ 73 ਦੇ ਵਿੱਚ, 1973 ਦੇ ਵਿੱਚ। ਪਹਿਲਾਂ ਜਿਹੜੇ ਲੋਕ ਊਠਾਂ ਤੇ ਫਿਰਦੇ ਹੁੰਦੇ ਸੀ ਨਾ, ਉਹਨਾਂ ਨੇ ਸਾਰਾ ਮਿਡਲ ਈਸਟ ਡਿਵੈਲਪ ਕਰ ਲਿਆ ਇਸ ਗੱਲ ਤੇ ਕਿ ਉਹਨਾਂ ਨੇ ਆਇਲ ਪ੍ਰੋਡਕਸ਼ਨ ਜਿਹੜੀ ਕੰਟਰੋਲ ਕਰ ਲਈ ਤੇ ਉਹਦੀ ਕੀਮਤ ਵਧਾਤੀ। ਹਾਂਜੀ। ਹੁਣ ਆਇਲ ਦੇ ਇਰਦ ਗਿਰਦ ਜਿਹੜੀ ਆ ਸਾਡੀ ਇਕਨੋਮੀ ਬਹੁਤ ਘੁੰਮਦੀ ਹੈ ਤੇ ਇੱਥੇ ਜਿਹੜੀ ਇਨਫਲੇਸ਼ਨ ਆ, ਕੀਮਤਾਂ ਇੰਨੀਆਂ ਵੱਧ ਗਈਆਂ ਇੱਕਦਮ ਜੀ ਹਰ ਚੀਜ਼ ਦੀ। ਹਾਂਜੀ। ਤੇ ਉਹਦੇ ਨਾਲ ਹੀ ਇੱਕਦਮ ਦੂਸਰੀ ਜੌਬ ਮਾਰਕੀਟ ਦੇ ਵਿੱਚ ਤੰਗੀ ਆ ਗਈ, ਬੇਰੁਜ਼ਗਾਰੀ ਜ਼ਿਆਦਾ ਵੱਧ ਗਈ। ਹਾਂਜੀ। ਹੁਣ ਇਹ ਡੈਡਲੀ ਕੰਬੀਨੇਸ਼ਨ ਹੈ ਦੋਹਾਂ ਚੀਜ਼ਾਂ ਦਾ। ਜੀ ਬਿਲਕੁਲ। ਇੱਕ ਪਾਸੇ ਤਾਂ ਪ੍ਰਾਈਸ ਹਾਈ ਹੋਣਾ, ਦੂਸਰੇ ਪਾਸੇ ਬੇਰੁਜ਼ਗਾਰੀ ਆ ਜਾਣੀ। ਹਾਂਜੀ। ਉਹਨਾਂ ਲੋਕਾਂ ਦਾ ਪਰਚੇਸਿੰਗ ਪਾਵਰ, ਜਿਹਨੂੰ ਅਸੀਂ ਖਰੀਦਣ ਸ਼ਕਤੀ ਕਹਿੰਦੇ ਆ, ਉਹ ਘਟ ਜਾਂਦੀ ਹੈ। ਹਾਂਜੀ। ਡਿਮਾਂਡ ਫਿਰ ਤਾਂ ਹੀ ਕੋਈ ਖਰੀਦੂਗਾ ਜੇ ਉਹ ਕੰਮ ਕਰਦਾ। ਬੈਂਕ ਵਾਲਾ ਤੁਹਾਨੂੰ ਲੋਨ ਨਹੀਂ ਦਿੰਦਾ ਵੀ ਜੇ ਕੰਮ ਨਹੀਂ ਕਰਦੇ ਤੁਸੀਂ। ਹਾਂਜੀ। ਤੇ ਉਸ ਵੇਲੇ ਫਿਰ ਬੈਂਕਾਂ ਨੇ ਵੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਬਹੁਤ ਜ਼ਿਆਦਾ ਇੰਟਰਸਟ ਰੇਟ ਕੀਤੇ ਸੀ, ਵਿਆਜ ਦਰ। ਇੱਕ ਜ਼ਮਾਨੇ 'ਚ ਮੇਰਾ ਖਿਆਲ 19.5 ਜਾਂ 20% ਤੇ ਚੱਲ ਗਿਆ ਸੀ। ਤੇ ਉਸ ਵੇਲੇ ਇੰਨੀ ਡੈਵਸਟੇਸ਼ਨ ਆਈ। ਹੁਣ ਉਹਦੀਆਂ ਕਿਆਸਰਾਈਆਂ ਲਾ ਰਹੇ ਇਕੋਨੋਮਿਸਟ ਕਿ ਉਦਾਂ ਦੇ ਹਾਲਾਤ ਬਣਦੇ ਜਾਂਦੇ ਆ, ਕਿਉਂਕਿ ਕੀਮਤਾਂ ਅਜੇ ਘਟਦੀਆਂ ਨਹੀਂ। ਹੁਣ ਤੁਸੀਂ ਦੇਖਿਆ ਬੁੱਧਵਾਰ ਨੂੰ ਫੇਰ ਇਹਨਾਂ ਨੇ ਇੰਟਰਸਟ ਰੇਟ ਵਧਾਤਾ। ਹਾਂਜੀ। ਅਜੇ ਤਾਂ ਸਿਰਫ ਥੋੜਾ ਹੀ ਹੋਇਆ, ਚਲੋ ਬੈਂਕ 1.5% ਹੀ ਆ, ਤੇ ਬੈਂਕਾਂ ਨੇ ਥੋੜਾ ਜ਼ਿਆਦਾ ਕਰਤਾ ਕਿਉਂਕਿ ਇਹ ਤਾਂ ਪ੍ਰਾਈਵੇਟ ਲੈਂਡਿੰਗ ਰੇਟ ਹੈ ਨਾ। ਹਾਂਜੀ। ਤੇ ਪਰ ਅਜੇ ਇਸ ਵਕਤ ਜਿਹੜੀਆਂ ਕੰਪਨੀਆਂ ਤੁਸੀਂ ਖੱਬੇ ਸੱਜੇ ਦੇਖੋ ਤਾਂ ਇਹ ਦੇਖਦੀਆਂ ਕਿ ਸਾਨੂੰ ਵਰਕਰ ਚਾਹੀਦੇ ਆ, ਈਵਨ ਆਊਟਸੋਰਸਿੰਗ ਕਰ ਰਹੇ ਆ। ਜੀ। ਤੇ ਤੁਸੀਂ ਜੇ ਆਰਡਰ ਵੀ ਕਰਨਾ ਫੂਡ, ਉਹ ਵੀ ਆਊਟਸੋਰਸਿੰਗ ਕਰ ਰਹੇ। ਹਾਂਜੀ। ਪਰ ਕੋਈ ਜੇ ਸਟੈਗਫਲੇਸ਼ਨ ਆ ਜਾਂਦੀ ਹੈ, ਇਹ ਫੈਕਟਰੀਜ਼ ਬੰਦ ਹੋ ਜਾਂਦੀਆਂ ਹੈ, ਮੈਨੂਫੈਕਚਰਿੰਗ ਬੰਦ ਹੋ ਜਾਂਦੀਆਂ ਹੈ, ਬੇਰੁਜ਼ਗਾਰੀ ਵੱਧ ਜਾਂਦੀ ਹੈ, ਤੇ ਇੱਕ ਪਾਸੇ ਕੀਮਤਾਂ ਉਦਾਂ ਹੀ ਤਾਹਾਂ ਦੀਆਂ ਤਾਹਾਂ ਰਹਿੰਦੀਆਂ। ਇਸ ਕੰਬੀਨੇਸ਼ਨ ਦੇ ਫਿਰ ਜਾਂ ਤਾਂ ਇੱਕਦਮ ਰਿਸੈਸ਼ਨ ਆਉਂਦਾ, ਉਹਦੇ ਨਾਲ ਘਰਾਂ ਦੀਆਂ ਕੀਮਤਾਂ ਵੀ ਥੱਲੇ ਡਿੱਗਣਗੀਆਂ। ਹਾਂਜੀ। ਬਿਜ਼ਨਸ ਦੀਆਂ ਵੀ ਥੱਲੇ ਆਊਗਾ ਇੱਕਦਮ, ਜਾਂ ਫਿਰ ਦੂਸਰਾ ਉਹਦਾ ਇਹ ਇਕੋਨਮੀ ਦਾ ਸਟੈਗਫਲੇਸ਼ਨ ਦਾ ਹੁੰਦਾ ਕਿ ਜੇ ਕੀਮਤਾਂ ਤਾਂ ਦੀਆਂ ਤਾਂ ਹੀ ਰਹੀਆਂ ਤਾਂ ਫਿਰ ਇਹਨਾਂ ਨੂੰ ਇਨਫਲੇਸ਼ਨ ਰੇਟ ਨੂੰ ਕੰਟਰੋਲ ਕਰਨ ਲਈ ਇੰਟਰਸਟ ਰੇਟ ਵਧਾਉਣਾ ਹੀ ਪੈਂਦਾ। ਹਾਂਜੀ। ਜਦੋਂ ਇੰਟਰਸਟ ਰੇਟ ਵਧਾਉਣੇ ਆ, ਬੇਰੁਜ਼ਗਾਰੀ ਹੈਗੀ ਆ, ਉਹਦੇ ਨਾਲ ਫਿਰ ਲੋਕਾਂ ਦੇ ਕੋਲ ਪਹਿਲਾਂ ਹੀ ਨਹੀਂ ਪੈਸੇ, ਪੇਮੈਂਟ ਦੇ ਹੁੰਦੀਆਂ, ਜੇ ਕੰਮ ਹੈ ਨਹੀਂ ਤਾਂ ਉਹ ਕਿੱਥੋਂ ਦੇਣਗੇ। ਜੀ। ਤੇ ਬੜਾ ਐਕਚੁਅਲੀ ਖਤਰੇ ਵਾਲਾ ਘੰਟੀ ਆ
ਇਹ ਸਾਰੇ ਦੇਸ਼ਾਂ ਵਾਲੇ ਬੁਝਾ ਰਹੇ ਆ। ਅਮਰੀਕਾ ਦੇ ਵਿੱਚ ਵੀ ਇਕੋਨੋਮਿਸਟ ਇਹੀ ਕਹਿ ਰਹੇ ਆ, ਸਾਡੇ ਵੀ ਇਹੀ ਕਹਿ ਰਹੇ, ਯੂਰਪ ਦੇ ਵਿੱਚ ਵੀ ਇਹੀ ਕਹਿ ਰਹੇ ਕਿ ਕੱਲ੍ਹ ਨੂੰ ਜੇ ਬੇਰੁਜ਼ਗਾਰੀ ਹੋ ਗਈ ਤਾਂ ਕੀਮਤਾਂ ਜ਼ਿਆਦਾ ਹੋਈਆਂ ਤੇ ਫਿਰ ਸਾਡਾ ਜਿਹੜਾ ਇੰਟਰਸਟ ਰੇਟ ਹੈ ਇਹ ਵੀ ਉਹਦੀ ਵਧੀ ਜਾਊਗਾ। ਪਰ ਜੇ ਕੀਮਤਾਂ ਘਟ ਗਈਆਂ ਤੇ ਮੁੜ ਕੇ ਲੋਕਾਂ ਦਾ ਪਰਚੇਸਿੰਗ ਪਾਵਰ ਠੀਕ ਰਹੀ, ਫਿਰ ਉਹਨਾਂ ਦੀਆਂ ਜਿਹੜੀਆਂ ਘਰਾਂ ਦੀਆਂ ਅਸੀਂ ਕਿਆਸਰਾਈਆਂ ਲਾ ਰਹੇ ਹਾਂ ਵੀ ਅਗਲੀ ਜਨਰੇਸ਼ਨ ਨੂੰ ਮਿਲਣਾ ਹੀ ਨਹੀਂ, ਉਹ ਖਰੀਦਣ ਜੋਗੇ ਹੋ ਜਾਣਗੇ। ਇਹ ਪਤਾ ਨਹੀਂ ਹੁਣ ਕਿਆਸਰਾਈ ਹੀ ਹੈ ਸਾਰੇ ਪਾਸੇ। ਹਾਂਜੀ। ਪਰ ਇੱਕ ਕਿਆਸਰਾਈ ਉਹ ਬੁਰੀ ਵੀ ਆ ਵੀ ਰਿਸੈਸ਼ਨ ਆ ਸਕਦਾ, ਡਿਪਰੈਸ਼ਨ ਆ ਸਕਦਾ ਤੇ ਉਹਦੇ ਨਾਲ ਇਕਨੋਮੀ ਖਰਾਬ ਹੋ ਜਾਊ ਜੀ। ਕੁਝ ਮਾਰਾਂ ਦਾ ਤਾਂ ਮੰਨਣਾ ਹੈਗਾ, ਉਹ ਤਾਂ ਕਹਿ ਰਹੇ ਆ ਕਿ ਪੂਰੇ ਜਿਹੜੇ ਅਜਿਹੋ ਜਿਹੀ ਹੁਣ ਹਾਲਾਤ ਬਣੇ ਹੋਏ ਨੇ ਇਹਨੂੰ ਦੇਖਦੇ ਹੋਏ ਕਹਿ ਰਹੇ ਆ ਕਿ ਰਿਸੈਸ਼ਨ ਆਉਣ ਦੇ ਚਾਂਸਸ ਹੈਗੇ ਆ। ਉਹਨਾਂ ਦਾ ਰਿਸੈਸ਼ਨ ਆਉਣ ਦੇ ਚਾਂਸ ਹੈ, ਸਾਨੂੰ ਇੱਥੋਂ ਅਸੀਂ ਵੀ ਨਹੀਂ ਜਾ ਸਕਦੇ। ਭਗਵੰਤ ਮਾਨ ਨੇ ਅੰਗਰੇਜ਼ ਹੀ ਹਾਇਰ ਕਰਨੇ। ਹਾਂਜੀ ਬਿਲਕੁਲ ਡਾਕਟਰ ਸਾਹਿਬ, ਸਾਡਾ ਚਾਂਸ ਉੱਥੇ ਵੀ ਮਰ ਗਿਆ। ਹਾਂਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਸਹੀ ਕਿਹਾ, ਸਾਡਾ ਤਾਂ ਚਾਂਸ ਉੱਥੇ ਵੀ ਚਲਾ ਗਿਆ। ਰੁਕ ਕਰਦੇ ਆ ਆਪਾਂ ਅਗਲੀ ਖਬਰ ਵੱਲ। ਜਰਮਨ ਡਿਫੈਂਸ ਮਿਨਿਸਟਰੀ ਨੇ ਕਿਹਾ ਕਿ ਉਹਨਾਂ ਕੋਲੋਂ ਹਥਿਆਰ ਹੀ ਨਹੀਂ ਜੋ ਚਾਂਸਲਰ ਦੁਆਰਾ ਯੂਕਰੇਨ ਨੂੰ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਹੈ। ਇਹਦੇ ਬਾਰੇ ਦੱਸੋ ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ ਦੇਖੋ ਜਿਹੜੇ ਸਿਆਸਤਦਾਨ ਹੈ ਨਾ, ਇਹ ਕਈ ਵਾਰੀ ਕਮੈਂਟ ਕਰਦੇ ਬਿਨਾਂ ਹੀ ਕੋਈ ਜਾਣਕਾਰੀ ਦੇ। ਹਾਂਜੀ। ਕਈ ਵਾਰੀ ਤੁਸੀਂ ਤੁਹਾਨੂੰ ਹੈਰਾਨੀ ਹੁੰਦੀ ਆ ਕਿ ਕਈ ਮੰਤਰੀ ਜਿਹੜੇ ਆ ਜਿਨ੍ਹਾਂ ਨੂੰ ਤੁਸੀਂ ਆਸ ਲਾਉਨੇ ਕਿ ਇਹਨਾਂ ਨੂੰ ਕੁਝ ਪਤਾ ਹੋਊਗਾ। ਮੈਂ ਕਰੀ ਇੱਕ ਮੰਤਰੀ ਨਾਲ ਜਾ ਰਿਹਾ ਸੀ ਕਿਸੇ ਦੀ ਕਾਰ ਦੇ ਵਿੱਚ, ਉਹ ਮੰਤਰੀ ਵੀ ਕੋਈ ਅਨਪੜ੍ਹ ਨਹੀਂ ਹੈ, ਮਤਲਬ ਪੜ੍ਹੇ ਲਿਖੇ ਬੰਦਿਆਂ ਦੀ ਮੈਂ ਗੱਲ ਕਰਦਾ। ਉਹ ਮੈਨੂੰ ਪੁੱਛਣ ਲੱਗ ਪਿਆ ਕਿ ਫਲਾਨਾ ਲਾਅ ਬਣਾਇਆ ਸੀ ਤਾਂ ਉਹਦੇ 'ਚ ਕਿਹੜੀਆਂ ਹਾਈਲਾਈਟਸ ਜਾਂ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਹੀ ਕਾਨੂੰਨ ਬਣਾਇਆ ਸੀ ਉਹ ਤੇ ਉਹਨਾਂ ਨੂੰ ਹੀ ਪਤਾ ਨਹੀਂ ਸੀ। ਉਹੋ ਹੀ ਮੈਨੂੰ ਪੁੱਛ ਰਿਹਾ। ਮੈਂ ਕਿਹਾ ਮੈਂ ਜ਼ਿਆਦਾ ਤਾਂ ਨਹੀਂ ਡੀਟੇਲ ਜਾਣਦਾ, ਪਰ ਮੈਨੂੰ 2-3 ਗੱਲਾਂ ਪਤਾ ਵੀ ਆਹ ਕੀਤੀਆਂ ਸੀ ਤੁਸੀਂ। ਬਸ ਕਹਿੰਦਾ ਇਹੀ ਚਾਹੀਦਾ ਮੈਨੂੰ। ਹੁਣ ਕਹਿੰਦਾ ਮੈਸੇਜ ਮਿਲਿਆ ਉਹਦੇ ਕਿਸੇ ਸਟਾਫ ਨੇ ਕਿਸੇ ਨੇ ਕਿਹਾ ਵੀ ਤੂੰ ਐਥਿਕ ਮੀਡੀਆ ਦੇ ਕੋਲ ਚੱਲਿਆ ਤਾਂ ਉਹਨਾਂ ਨੇ ਤੈਨੂੰ ਸਵਾਲ ਨਾ ਕਰ ਲੈਣ ਕਿਸੇ। ਹਾਂਜੀ। ਤੇ ਮੈਂ ਕਿਹਾ ਐਥਿਕ ਮੀਡੀਆ ਵਾਲਿਆਂ ਨੇ ਕੋਈ ਸਵਾਲ ਨਹੀਂ ਕਰਨਾ, ਉਹਨਾਂ ਨੂੰ ਖੁਦ ਨਹੀਂ ਪਤਾ ਹੋਣਾ। ਜੀ ਬਿਲਕੁਲ ਡਾਕਟਰ ਸਾਹਿਬ। ਇਹ ਕਈ ਵਾਰੀ ਪੁੱਛਦੇ ਨਹੀਂ, ਕਈ ਵਾਰੀ ਆਪਣੇ ਸੈਕਟਰੀ ਨੂੰ ਪੁੱਛ ਲੈਣ, ਡਿਪਟੀ ਮਿਨਿਸਟਰ ਨੂੰ ਜਿਹਨੂੰ ਅਸੀਂ ਕਹਿੰਦੇ ਆ, ਉਹਨਾਂ ਨੂੰ ਪੁੱਛਣਾ, ਉਹਨਾਂ ਨੂੰ ਪਤਾ ਹੁੰਦਾ। ਹਾਂਜੀ। ਹੁਣ ਉਹ ਗਏ ਹੋਣੇ ਕਿਸੇ ਉਸ ਜਗ੍ਹਾ ਤੇ ਜਿੱਥੇ ਯੂਕਰੇਨ ਨੂੰ ਅਮਰੀਕਾ ਵਾਲੇ ਕਹਿੰਦੇ ਹੋਣੇ ਅਸੀਂ 40 ਬਿਲੀਅਨ ਦੇਣ ਲੱਗੇ ਹਾਂ, ਅਸੀਂ ਇੰਨੇ ਵੈਪਨ ਦੇਣ ਲੱਗੇ ਹਾਂ, ਅਸੀਂ ਇੰਨੇ, ਉਹ ਵੀ ਖੁਸ਼ੀ ਜਾ ਕੇ ਕਹੇ ਓਵਰ ਐਕਸਾਈਟਡ ਹੋ ਗਏ ਹੋਣੇ ਮੈਨੂੰ ਲੱਗਦਾ। ਕਈ ਵਾਰੀ ਅਸੀਂ ਕਹਿ ਹੀ ਦਿੰਦੇ ਹਾਂ ਕਿ ਚੱਲ ਅਸੀਂ ਵੀ ਕਰ ਦੇਵਾਂਗੇ। ਹਾਂਜੀ। ਫਿਰ ਬਾਅਦ ਦੇ ਵਿੱਚ ਉਹ ਦੇਖਿਆ ਉਹਨੇ ਕਿ ਇਹ ਤਾਂ ਸਾਡੇ ਤੋਂ ਹੈ ਹੀ ਨਹੀਂ। ਹਾਂਜੀ, ਉਹਨਾਂ ਦੇ ਸਟਾਕ ਹੈ ਨਹੀਂ ਤੇ ਇਹਨਾਂ ਨੇ ਪ੍ਰੋਮਿਸ ਵੀ ਕੀਤਾ। ਉਹ ਫਿਰ ਡਿਫੈਂਸ ਡਿਪਾਰਟਮੈਂਟ ਨੂੰ ਪੁੱਛਿਆ ਹੋਣਾ। ਹਾਂਜੀ। ਵੀ ਭਾਈ ਇੰਨੇ ਵੈਪਨ ਭੇਜੋ, ਉੱਥੇ ਹਥਿਆਰ ਭੇਜੋ। ਹਾਂਜੀ। ਉਹ ਡਿਫੈਂਸ ਡਿਪਾਰਟਮੈਂਟ ਵਾਲੇ ਕਹਿੰਦੇ ਵੀ ਤੁਸੀਂ ਵਾਅਦਾ ਤਾਂ ਕਰਿਆ ਹੈ ਹੀ, ਸਾਡੇ ਤੋਂ ਤਾਂ ਵੈਪਨ ਹੀ ਹੈ ਨਹੀਂ। ਹਾਂਜੀ। ਦੇਈਏ ਕੀ ਅਸੀਂ? ਜੀ। ਦੇਣ ਨੂੰ ਵੀ ਚਾਹੀਦਾ ਹੈ ਨਾ ਕੁਛ। ਹਾਂਜੀ, ਇਸੇ ਲਈ ਤਾਂ ਕਹਿੰਦੇ ਆ। ਇਹ ਮਤਲਬ ਵਾਰ-ਵਾਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਸਾਡੇ ਮੰਤਰੀ ਆ ਨਾ, ਜਾਂ ਪ੍ਰਾਈਮ ਮਿਨਿਸਟਰ ਆ, ਚਾਂਸਲਰ ਆ, ਪ੍ਰੈਜ਼ੀਡੈਂਟ ਆ, ਬਹੁਤ ਹੀ ਵਾਰੀ ਜਿੰਨਾ ਚਿਰ ਤੇ ਜਿਹੜੀ ਤਾਂ ਗੱਲ ਇਹਨਾਂ ਨੂੰ ਲਿਖ ਕੇ ਦੇ ਦਿੰਦੇ ਆ। ਹਾਂਜੀ। ਬਿਊਰੋਕਰੈਟਸ, ਉਨੀ ਤਾਂ ਠੀਕ ਹੁੰਦੀ ਆ। ਜਦੋਂ ਲਿਖਤੇ ਤੋਂ 1-2 ਅੱਖਰ ਵੱਧ ਬੋਲ ਜਾਂਦੇ ਉਦੋਂ ਪੰਗਾ ਪੈ ਜਾਂਦਾ। ਹਾਂਜੀ, ਉਦੋਂ ਬਹੁਤ ਪ੍ਰੋਬਲਮ ਹੁੰਦੀ ਆ। ਵੀ ਲਿਖ ਤੋਂ ਬਾਅਦ ਹੀ ਉਹਨੂੰ ਬੋਲਿਆ ਚਾਂਸਲਰ ਨੇ। ਹਾਂਜੀ। ਵੈਸੇ ਆਪਣੇ ਆਪ ਹੀ ਕਹਿਤਾ ਵੀ ਦੇ ਦਿਆਂਗੇ ਅਸੀਂ, ਆਹ ਹਥਿਆਰ ਦੇ ਦਿਆਂਗੇ। ਹਾਂਜੀ, ਉਹਨਾਂ ਨੇ ਆਪਣੇ ਆਪ ਹੀ ਕਿਹਾ। ਏਅਰ ਟੂ ਏਅਰ ਸ਼ਾਰਟ ਰੇਂਜ ਮਿਸਾਈਲਸ ਦੀ ਉਹਨੇ ਗੱਲ ਕੀਤੀ ਸੀ। ਹਾਂਜੀ। ਵੀ ਅਸੀਂ ਦੇ ਦੇਵਾਂਗੇ ਤੇ ਉਹ ਡਿਫੈਂਸ ਮਿਨਿਸਟਰੀ ਕਹਿੰਦੀ ਸਾਡੇ ਤੋਂ ਹੈ ਹੀ ਨਹੀਂ। ਹਾਂਜੀ। ਡਾਕਟਰ ਸਾਹਿਬ ਵੈਸੇ ਦੇਖੋ ਜਿੰਨੇ ਪੋਲੀਟੀਸ਼ੀਅਨਸ ਹੈਗੇ ਆ, ਜਦੋਂ ਸਵੇਰੇ ਉੱਠਦੇ ਕੋਈ ਚਾਹੁੰਦਾ ਨਹੀਂ ਹੈਗਾ ਵੀ ਕੋਈ ਬੈਡ ਨਿਊਜ਼ ਹੋਵੇ। ਕਦੇ ਤਾਂ ਬੰਦਾ ਸੋਚਦਾ ਹੀ ਆ ਕਿ ਚਲੋ ਕਿਸੇ ਇੱਕ ਦਿਨ ਕੋਈ ਚੰਗੀ ਖਬਰ ਉਹਨਾਂ ਨੂੰ ਆਪਣੇ ਬਾਰੇ ਚ ਸੁਣਨ ਨੂੰ ਮਿਲ ਜੂਗੀ। ਪਰ ਜਿਹੜੇ US ਪ੍ਰੈਜ਼ੀਡੈਂਟ ਜੋ ਬਾਈਡਨ ਹੈਗੇ ਆ, ਦੇਖੋ ਤੁਸੀਂ ਇਹ ਹੁਣ ਜਿਵੇਂ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੁੰਦਾ, ਸਹਾਰਾ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਕਦੇ ਜਿਹੜੇ ਹੈਗੇ ਆ ਗਨ ਦੇ ਰੂਲਸ ਹੈਗੇ, ਰੈਗੂਲੇਸ਼ਨਸ, ਉਹਨਾਂ ਦੀ ਗੱਲ ਕਰਦੇ, ਜਾਂ ਫਿਰ ਅਬੋਰਸ਼ਨ ਦੇ ਮੁੱਦੇ ਤੇ ਵੀ ਇਹਨਾਂ ਨੇ ਸੋਚਿਆ ਸੀ ਕਿ ਸ਼ਾਇਦ ਜੇ ਇਹਨਾਂ ਦੀ ਜਿਹੜੀ ਸਥਿਤੀ ਬਣੀ ਹੋਈ ਹੈਗੀ ਆ ਉਹਦੇ ਚ ਕੁਝ ਸੁਧਾਰ ਆ ਜਾਵੇ। ਪਰ ਹੁਣ ਜਿਹੜੀ ਇੱਕ ਨਵੀਂ ਰਿਪੋਰਟ ਆਈ ਆ ਉਹ ਤਾਂ ਕੁਝ ਹੋਰ ਹੀ ਦੱਸਦੀ ਆ। ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਰਿਪੋਰਟ ਬਾਰੇ ਦੱਸੋ। ਉਹ ਇੱਕ ਆਇਆ ਸਰਵੇ ਇਕਨੋਮਿਕ ਵਿਊ ਤੇ ਵੀ ਲੋਕਾਂ ਨੂੰ ਪੁੱਛਦੇ ਕਿ ਆਰਥਿਕਤਾ ਬਾਰੇ ਤੁਸੀਂ ਆਸਵੰਦ ਆ ਜਾਂ ਨਹੀਂ।
ਉਹ ਇੰਨੇ ਨੈਗੇਟਿਵ ਨੰਬਰ ਆ, ਉਹ ਕਹਿੰਦੇ ਕਿ ਅਸੀਂ ਇਤਿਹਾਸ ਦੇ ਵਿੱਚ ਦੇਖੀ ਨਹੀਂ ਕਦੇ। ਲੋਕੀ ਬਿਲਕੁਲ ਨਿਰਾਸ਼ ਹੋਏ ਆ ਵੀ ਸਾਡੀ ਹਾਲਾਤ ਸੁਧਰਨ ਵਾਲੇ ਹੈ ਨਹੀਂਗੇ। ਇੱਕ ਤਾਂ ਇਨਫਲੇਸ਼ਨ ਆ, ਦੂਸਰਾ ਵੈਸੇ ਉਹਨਾਂ ਨੂੰ ਲੱਗਦਾ ਕਿ ਸਾਡੀਆਂ ਹੋ ਸਕਦਾ ਜੌਬਸ ਵੀ ਨਾ ਹੋਣ ਅਗਲੇ ਸਾਲ ਜੀ। ਸੋ ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਅਸਰ ਕਰਦਾ ਨਾ ਤੁਹਾਡੇ ਇਲੈਕਸ਼ਨ ਪ੍ਰੋਸੈਸ ਤੇ, ਪ੍ਰੋਸਪੈਕਟ ਤੇ, ਉਹ ਕਰਦਾ ਕਿ ਲੋਕੀ ਜੇ ਤਾਂ ਕੰਮ ਕਰਦੇ ਆ, ਰੋਟੀ ਪਾਣੀ ਚੰਗੀ ਚੱਲਦੀ ਹੈ, ਫੇਰ ਤਾਂ ਉਹ ਹੋਰ ਇਸ਼ੂਜ਼ ਬਾਰੇ ਵੀ ਸੋਚਦੇ ਆ। ਹਾਂਜੀ। ਜੇ ਉਹਨਾਂ ਦੀ ਨੌਕਰੀ ਹੈ ਨਹੀਂ, ਉਹਨਾਂ ਦੇ ਕੋਲੋਂ ਘਰ ਨਹੀਂ ਲੈ ਹੁੰਦਾ, ਉਹਨਾਂ ਦੇ ਕੋਲ ਕਾਰਾਂ ਨਹੀਂ ਲੈ ਹੁੰਦੀਆਂ, ਉਹਨਾਂ ਦੀ ਜੌਬ ਵੀ ਜਾਂਦੀ ਲੱਗੀ, ਫੇਰ ਉਹ ਹੋਰ ਤਰ੍ਹਾਂ ਸੋਚਦੇ ਆ। ਹਾਂਜੀ। ਤੇ ਹੁਣ ਡੈਮੋਕ੍ਰੈਟਿਕ ਪਾਰਟੀ ਨੇ ਜੋ ਬਾਈਡਨ ਉਹਨਾਂ ਨੂੰ ਕਿਹਾ ਕਿ ਦੋ ਹੀ ਇਸ਼ੂ ਆ ਜਿਹੜੀਆਂ ਸਾਨੂੰ ਬਚਾ ਸਕਦੀਆਂ, ਜਿੱਦਾਂ ਤੁਸੀਂ ਕਿਹਾ ਨਾ, ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਹਾਂਜੀ। ਹੁਣ ਦੋ ਤਿਣਕੇ ਹੱਥ ਆਏ ਇਹਨਾਂ ਦੇ। ਜੀ। ਇੱਕ ਤਾਂ ਅਬੋਰਸ਼ਨ ਦਾ ਆ ਗਿਆ ਇਸ਼ੂ। ਹਾਂਜੀ। ਜਿਹੜਾ ਅਜੇ ਤਾਈਂ ਉਹਨਾਂ ਨੇ ਸੁਪਰੀਮ ਕੋਰਟ ਨੇ ਰੂਲਿੰਗ ਹਜੇ ਦਿੱਤੀ ਨਹੀਂ ਹੈ। ਜੀ। ਉਹ ਲੀਕ ਹੀ ਹੋਈ ਹੈ। ਹਾਂਜੀ। ਉਹ ਲੀਕ ਦੇ ਸਿਰ ਤੇ ਹੁਣ ਤੁਸੀਂ ਕਹਿ ਲਓ ਵੀ ਕੰਧ ਚੌਂਦੀ ਆ, ਪਰ ਡਿੱਗੀ ਤਾਂ ਨਹੀਂ ਹਜੇ। ਹਾਂਜੀ। ਉਹਦੇ ਤੇ ਕਮੈਂਟ ਕਰੀ ਜਾਣ ਜਾਂ ਉਹ ਤੇ ਇਲੈਕਸ਼ਨ ਲੜਨ, ਉਹ ਹਲੇ ਆਸਵੰਦ ਨਹੀਂ ਗਾ। ਉਹਨਾਂ ਨੂੰ ਆਸ ਤਾਂ ਹੈ ਵੈਸੇ ਡੈਮੋਕ੍ਰੈਟ ਨੂੰ ਕਿ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਇਹ ਅਬੋਰਸ਼ਨ ਦਾ ਸਾਡਾ ਖਤਮ ਕਰ ਦੇਵੇ ਤਾਂ ਕਿ ਸਾਨੂੰ ਇੱਕ ਇਸ਼ੂ ਮਿਲ ਜਾਵੇ। ਉਹ ਮਿਲਦੀ ਆ ਜਾਂ ਨਹੀਂ ਮਿਲਦੀ, ਇਹ ਤਾਂ ਵੱਖਰੀ ਗੱਲ ਹੈ ਨਾ। ਹਾਂਜੀ। ਅੱਛਾ, ਦੂਸਰੀ ਇਸ਼ੂ ਹੈਗੀ ਹੈ ਅਮਰੀਕਾ ਦੇ ਵਿੱਚ, ਜਿਹੜਾ ਅਸੀਂ ਕਈ ਵਾਰ ਗੱਲ ਕਰ ਚੁੱਕੇ ਹਾਂ, ਇੰਨੇ ਹਥਿਆਰ ਆ। ਹਾਂਜੀ। ਔਰ ਹਥਿਆਰ ਵੀ ਜਿਹੜੇ ਸੈਮੀ ਆਟੋਮੈਟਿਕ ਗਨ ਲੈ ਕੇ ਆਉਂਦੇ ਤੁਸੀਂ ਸਟੋਰ ਤੋਂ, ਉਹਨੂੰ ਬਹੁਤੀ ਦੇਰ ਨਹੀਂ ਲੱਗਦੀ ਜੇ ਤੁਸੀਂ ਆਟੋਮੈਟਿਕ ਬਣਾਉਣਾ ਹੋਵੇ। ਉਹ ਵੈਸੇ ਸਟੋਰ ਓਨਰ ਆਪ ਹੀ ਦੱਸ ਦਿੰਦੇ ਨੇ ਇਦਾਂ ਬਣ ਜਾਂਦੀ ਆਟੋਮੈਟਿਕ, ਇੰਸਟਰਕਸ਼ਨਸ ਦੇ ਦਿੰਦੇ ਆ, ਉਹ ਦੱਸ ਦਿੰਦੇ। ਜੇ ਤੁਸੀਂ ਪੁੱਛਦੇ ਨਾ ਉਹਨਾਂ ਨੂੰ ਸੈਮੀ ਆਟੋਮੈਟਿਕ ਗਨ ਖਰੀਦੋ ਉਹਨਾਂ ਦੇ ਕੋਲੋਂ ਵੀ ਇਹਨੂੰ ਆਟੋਮੈਟਿਕ ਕਿੱਦਾਂ ਬਣਾਉਣਾ, ਉਹ ਇੰਸਟਰਕਸ਼ਨ ਦੇ ਦਿੰਦੇ ਪੂਰੀਆਂ। ਤੁਸੀਂ ਘਰ ਲਿਆਓ ਤਾਂ ਉਹਨੂੰ ਆਟੋਮੈਟਿਕ ਬਣਾ। ਕੈਨ ਯੂ ਇਮੇਜਿਨ ਵੀ ਤੁਸੀਂ ਇੱਕ ਹੀ ਰੌਂਡ ਦੇ ਵਿੱਚ ਕਈ ਬੁਲੇਟਸ ਫਾਇਰ ਕਰ ਸਕਦੇ ਆ। ਹੁਣ ਬੱਚੇ ਮਾਰੇ ਆ ਉੱਥੇ ਟੈਕਸਸ ਦੇ ਵਿੱਚ। ਹਾਂਜੀ। ਪਹਿਲਾਂ ਬਫਲੋ ਨਿਊਯਾਰਕ ਦੇ ਵਿੱਚ ਕਾਲੇ ਮਾਰ ਕੇ ਗਿਆ ਬੰਦਾ ਇੱਕ। ਜੀ ਜੀ। ਕੱਲ ਇੱਕ ਪਰਸੋਂ ਦੀ ਖਬਰ ਹੈ ਕਿ 4 ਹੋਰ ਬੰਦੇ ਮਾਰਤੇ ਬੰਦੇ ਨੇ ਕੰਮ ਤੇ ਜਾ ਕੇ। ਕਈ ਬੰਦੇ ਜਾਂਦੇ ਆ ਸਟੋਰਸ ਦੇ ਵਿੱਚ ਜਾ ਕੇ 20-25 ਬੰਦੇ ਮਾਰੇ ਆਉਂਦੇ ਆ। ਹਾਂਜੀ। ਅਕਸਰ ਇਹ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ। ਅਮਰੀਕਾ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਹਾਂਜੀ, ਸਾਨੂੰ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲਦੀ ਹੋਈ ਆ। ਸਿਐਟਲ ਜਿਹੜੀ ਹੈ, ਮਤਲਬ ਵੈਸੇ ਪੀਸਫੁਲ ਸਿਟੀ ਮੰਨਿਆ ਜਾਂਦਾ ਯੂਐਸ ਦੇ ਵਿੱਚ। ਕੰਪੈਰੀਜ਼ਨ ਵੀ ਅਸੀਂ ਯੂਐਸ ਨਾਲ ਹੀ ਕਰ ਸਕਦੇ ਹਾਂ ਦੂਸਰੀਆਂ ਸਿਟੀਜ਼ ਦੇ ਨਾਲ। ਹਾਂਜੀ। ਸਿਐਟਲ ਚੰਗੀਆਂ ਸਿਟੀਜ਼ ਦੇ ਵਿੱਚੋਂ ਆ। ਤੇ ਤੁਸੀਂ ਇੱਥੇ ਇੱਕ ਛੁੱਟੀ ਹੋ ਜਾਵੇ ਨਾ, ਮੈਮੋਰੀਅਲ ਡੇ ਲੰਘ ਕੇ ਗਿਆ, ਉਸ ਤੋਂ ਬਾਅਦ ਅਖਬਾਰ ਚੱਕ ਲਓ, ਚਾਹੇ ਇਹਨਾਂ ਦਾ ਟੀਵੀ ਔਨ ਕਰਕੇ ਦੇਖ ਲਓ, ਪਹਿਲੀਆਂ 10 ਖਬਰਾਂ ਸ਼ੂਟਿੰਗ ਦੀਆਂ ਹੁੰਦੀਆਂ। ਹਾਂਜੀ। ਤੇ ਇਹ ਡੈਮੋਕ੍ਰੈਟਸ ਹੋਣ ਚਾਹੇ ਰਿਪਬਲਿਕਨਸ ਹੋਣ, ਕਰਨਾ ਇਹਨਾਂ ਨੇ ਕੁਛ ਨਹੀਂ ਆ, ਪਰ ਡੈਮੋਕ੍ਰੈਟਸ ਕਮ ਸੇ ਕਮ ਇਹ ਕਹਿੰਦੇ ਜ਼ਰੂਰ ਹੁੰਦੇ ਕਿ ਆਪਾਂ ਨੂੰ ਇਹ ਕੰਟਰੋਲ ਕਰਨੀਆਂ ਚਾਹੀਦੀਆਂ। ਹਾਂਜੀ। ਕਈ ਵਾਰ ਕਹਿੰਦੇ ਹੁੰਦੇ ਨੇ ਜੀ, ਜਿਹਦਾ ਸਾਰੇ ਕਹਿੰਦੇ ਹੁੰਦੇ ਬਸ ਸਾਨੂੰ ਸਮਾਂ ਦਿਓ ਅਸੀਂ ਕੰਟਰੋਲ ਕਰ ਲੈਣਾ। ਇੱਕ ਸੈਕੰਡ ਅਮੈਂਡਮੈਂਟ ਹੈ ਉਹਨਾਂ ਦੇ ਕਨਸਟੀਟਿਊਸ਼ਨ, ਜਿਹਦੇ ਵਿੱਚ ਲਿਖਿਆ ਹੈ ਕਿ ਹਰ ਇੱਕ ਅਮਰੀਕਨ ਨੂੰ ਹੱਕ ਆ ਕਿ ਉਹ ਇੱਕ ਹਥਿਆਰ ਰੱਖੇ। ਜੇ ਤੁਸੀਂ ਉਹ ਅਮੈਂਡਮੈਂਟ ਚੇਂਜ ਨਹੀਂ ਕਰਦੇ ਨਾ ਤਾਂ ਉਹਨਾਂ ਚਿਰ ਹਥਿਆਰ ਵਿਕਣੋਂ ਨਹੀਂ ਹਟਣੇ। ਜੀ। ਅਜੇ ਤੱਕ ਕਿਸੇ ਵੀ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਨੇ ਜਾਂ ਕੈਂਡੀਡੇਟ ਨੇ ਇੰਨੀ ਹਿੰਮਤ ਨਹੀਂ ਦਿਖਾਈ ਵੀ ਅਸੀਂ ਕਹੀਏ, ਕਮ ਸੇ ਕਮ ਕਹਿ ਹੀ ਦਿਓ, ਚਲੋ ਕਰ ਤਾਂ ਹੋ ਸਕਦਾ ਤੁਸੀਂ ਕਰ ਹੀ ਨਹੀਂ ਸਕਦੇ। ਜੀ। ਕਿਉਂਕਿ ਉਹਦੇ ਲਈ ਮੈਜੋਰਟੀ ਚਾਹੀਦੀ ਹੈ ਤੁਹਾਨੂੰ ਕਾਂਗਰਸ ਦੇ ਵਿੱਚ, ਮੈਜੋਰਟੀ ਚਾਹੀਦੀ ਸਟੇਟਸ ਦੀ। ਹਾਂਜੀ। ਤੇ ਤੁਸੀਂ ਫਿਰ ਕਹਿਣ ਜੋਗੇ ਤਾਂ ਹੋ ਨਾ ਜੀ। ਗੱਲਬਾਤ ਤਾਂ ਸ਼ੁਰੂ ਕਰੋ। ਅਸੀਂ ਸ਼ੁਰੂ ਕੀਤੀ ਸੀ, ਇਹ ਰਿਪਬਲਿਕਨ ਨੇ ਰੋਕ ਦਿੱਤੀ। ਹਾਂਜੀ। ਪਰ ਇਹਨਾਂ ਨੇ ਸ਼ੁਰੂ ਵੀ ਨਹੀਂ ਕਦੇ ਕੀਤੀ ਅੱਜ ਤਾਈਂ। ਜੀ। ਮਤਲਬ ਇਹ ਸਭ ਤੋਂ ਵੱਡੀ ਗੱਲ ਹੈ ਵੀ ਕਹਿਣੀ ਹੋਰ ਤੇ ਕਰਨੀ ਹੋਰ ਆ। ਪਰ ਦੋ ਇਸ਼ੂਜ਼ ਹੈਗੀਆਂ ਜਿਨ੍ਹਾਂ ਤੇ ਕਮ ਸੇ ਕਮ ਇਹ ਬੋਲਦੇ ਜ਼ਰੂਰ ਆ। ਹਾਂਜੀ। ਤੇ ਉਹ ਆਸ ਲਾਈ ਹੈ ਜੋ ਬਾਈਡਨ ਨੇ ਹੁਣ ਵੀ ਇਹਨਾਂ ਦੋ ਤਣਕਿਆਂ ਨੇ ਮੈਂ ਬਚਾਉਣਾ। ਪਰ ਤੁਸੀਂ ਜੇ ਇਹਨਾਂ ਦੀ ਰੇਟਿੰਗ ਦੇਖਦੇ ਤਾਂ ਹੁਣ ਮਾਈਨਸ 'ਚ ਚਲੇ ਗਏ। ਉਹ ਇਕਨੋਮਿਕ ਇਸ਼ੂਜ਼ ਤੇ ਤਾਂ ਮਾਈਨਸ ਦੇ ਵਿੱਚ। ਹਾਂਜੀ, -45। ਬਿਲਕੁਲ ਲੋਕੀ ਵਿਸ਼ਵਾਸ ਨਹੀਂ ਕਰਦੇ ਕਿ ਜੋ ਬਾਈਡਨ ਨੇ ਬਹੁਤ ਗੱਲਾਂ ਕੀਤੀਆਂ ਜੀ, ਰਸ਼ੀਆ ਨੇ ਇਨਫਲੇਸ਼ਨ ਕਰਤਾ, ਫਲਾਣੇ। ਉਹ ਕਹਿੰਦੇ ਜਿਹੜੇ ਸੈਂਕਸ਼ਨ ਲਾਏ ਉਹਨਾਂ ਨੇ ਇਨਫਲੇਸ਼ਨ ਕੀਤਾ।
ਹਾਂਜੀ, ਸੈਂਕਸ਼ਨਸ ਦਾ ਜਿਹੜਾ ਅਸਰ ਹੈਗਾ ਉੱਥੇ ਦੇ ਲੋਕੀ ਤਾਂ ਰੌਲਾ ਪਾਉਂਦੇ ਆ ਕਿ ਉਹਦਾ ਅਸਰ ਰਸ਼ੀਆ ਤੇ ਤਾਂ ਨਹੀਂ ਹੋਇਆ ਪਰ ਸਾਡੇ ਤੇ ਬਹੁਤ ਹੋ ਗਿਆ। ਉਹ ਉਲਟੀ ਗੰਗਾ ਹੈ ਨਾ, ਉਲਟੀ ਗੰਗਾ ਚੱਲ ਗਈ ਇਹਨਾਂ ਦੀ। ਹਾਂਜੀ ਹਾਂਜੀ, ਜਿਹੜੀ ਗੱਲ ਦੀ ਇਹ ਕ੍ਰੈਡਿਟ ਲੈਣਾ ਚਾਹੁੰਦੇ ਸੀ ਉਹ ਇਹਨਾਂ ਦੇ ਖਿਲਾਫ ਚੱਲ ਗਈ। ਹਾਂਜੀ, ਕਿਉਂਕਿ ਜਦੋਂ ਜਿੰਨਾ ਚਿਰ ਤੁਹਾਡੀ ਇਕਨੋਮੀ ਠੀਕ ਆ ਉਹਨਾਂ ਚਿਰ ਹੀ ਲੋਕੀ ਤੁਹਾਡੀ ਗੱਲ ਸੁਣਦੇ ਆ, ਹੋਰ ਗੱਲਾਂ। ਪਰ ਜਦੋਂ ਇਕਨੋਮੀ ਖਰਾਬ ਹੋ ਜਾਂਦੀ, ਤੁਹਾਡੀ ਆਰਥਿਕਤਾ ਖਰਾਬ ਹੋ ਜਾਂਦੀ ਹੈ, ਲੋਕਾਂ ਦੇ ਕੋਲ ਨੌਕਰੀ ਹੈ ਨਹੀਂ, ਲੋਕਾਂ ਦੇ ਕੋਲ ਘਰ ਨਹੀਂ ਲੈ ਹੁੰਦਾ, ਉਸ ਵੇਲੇ ਉਹ ਬਿਲਕੁਲ ਨਹੀਂ ਸੁਣਦੇ। ਹਾਂਜੀ, ਇਹ ਸਾਰੀਆਂ ਹੀ ਪਾਰਟੀਆਂ, ਸਾਰੀਆਂ ਸਟੇਟਸ ਨੇ, ਸਾਰੀਆਂ ਸਰਕਾਰਾਂ ਨੇ ਇਹ ਅਪਣਾ ਕੇ ਦੇਖ, ਆਪਣੇ ਅਜਮਾ ਕੇ ਦੇਖ ਲਿਆ ਕਹਿੰਦੇ ਹੁੰਦੇ। ਹਾਂਜੀ, ਆ ਹੁਣ ਤੁਸੀਂ ਦੇਖ ਲਓ ਪਾਕਿਸਤਾਨ ਦੇ ਵਿੱਚ ਕੀ ਹੋਇਆ ਜੀ। 4 ਸਾਲ ਪਿੱਛੇ ਪੈ ਰਹੇ ਇਮਰਾਨ ਖਾਨ ਦੇ, ਜਿਹੜਾ ਕੰਟਰੋਲ ਇਨਫਲੇਸ਼ਨ ਇਮਰਾਨ ਖਾਨ ਤਾਂ ਕੰਟਰੋਲ ਨਹੀਂ ਕਰ ਸਕਦਾ ਜੀ। ਕਹਿੰਦਾ ਕਹਿਣਾ ਬਾਕੀਆਂ ਪ੍ਰਾਈਮ ਮਿਨਿਸਟਰ ਵਾਂਗੂ ਉਹ ਵੀ ਕਹਿੰਦਾ ਸੀ ਮੈਂ ਕੰਟਰੋਲ ਕਰ ਲੂੰਗਾ। 13% ਚੱਲਦਾ ਉੱਥੇ। ਹਾਂਜੀ, ਅੱਛਾ, ਜੇ ਤਾਂ ਉਹਨੂੰ ਉਸ ਵੇਲੇ ਜਿੱਦਾਂ ਉਹਨੇ ਅਸੈਂਬਲੀ ਭੰਗ ਕੀਤੀ ਸੀ ਚੁੱਪ ਕਰਕੇ ਇਲੈਕਸ਼ਨ ਕਰਾਉਂਦੇ ਤਾਂ ਇਹਨਾਂ ਨੇ ਜਿੱਤ ਜਾਣਾ ਸੀ ਵੈਸੇ ਜੀ। ਹੁਣ ਇਹ ਬਣ ਗਏ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਜੀ, ਤੇ ਹੁਣ ਉਹ ਹੀ ਮਰਿਆ ਸੱਪ ਇਹਨਾਂ ਦੇ ਗਲ ਪੈ ਗਿਆ। ਹਾਂਜੀ, ਇਨਫਲੇਸ਼ਨ ਨੂੰ ਕੰਟਰੋਲ ਕਰ ਲਿਆ ਇਹਨਾਂ ਨੇ। ਪਹਿਲਾਂ ਤਾਂ ਇਮਰਾਨ ਖਾਨ ਨੂੰ ਕਹਿੰਦੇ ਸੀ, ਹੁਣ ਇਮਰਾਨ ਖਾਨ ਤਾਂ ਚੱਲ ਗਿਆ। ਉੱਥੇ ਤਾਂ ਡਾਕਟਰ ਸਾਹਿਬ ਹਾਲਾਤ ਬਦ ਤੋਂ ਬੱਤਰ ਹੋਏ ਪਏ ਆ। ਹੁਣ ਜਿਹੜੀ ਵੀ ਗੱਲ ਹੋਣੀ ਹੈ 1 ਸਾਲ ਦੇ ਵਿੱਚ, ਹੁਣ ਤਾਂ 4 ਸਾਲ 'ਚ ਹੀ ਬਦਨਾਮੀ ਖੱਟੀ ਸੀ ਨਾ, ਇਹਨਾਂ ਨੇ 1 ਸਾਲ ਦੇ ਵਿੱਚ ਹੀ ਉਨੀ ਬਦਨਾਮੀ ਖੱਟ ਲੈਣੀ। ਹਾਂਜੀ, ਹੁਣ ਜਿਹੜੇ ਆਰਥਿਕ ਹਾਲਾਤ ਆ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਫ੍ਰੀ ਐਂਟਰਪ੍ਰਾਈਜ਼ ਇਕਨੋਮੀ ਦੇ ਵਿੱਚ ਜੀ। ਕੁਛ ਇੱਕ ਪਾਲਿਸੀਜ਼ ਆ ਜਿਹੜੀਆਂ ਤੁਸੀਂ ਕੰਟਰੋਲ ਕਰਦੇ ਆ, ਉਹ ਜਿਹੜੀਆਂ ਫ੍ਰੀ ਐਂਟਰਪ੍ਰਾਈਜ਼ ਦੇ ਵਿੱਚ ਲੈਜ਼ੇ ਫੇਅਰ ਅਸੀਂ ਜਿਹਨੂੰ ਕਹਿੰਦੇ ਆ, ਉਹ ਇਨਫਲੇਸ਼ਨ ਨਹੀਂ ਕੰਟਰੋਲ ਕਰ ਸਕਦੇ ਤੁਸੀਂ ਵਾਧੀਆਂ ਬੇਰੁਜ਼ਗਾਰੀ ਨਹੀਂ ਕੰਟਰੋਲ ਕਰ ਸਕਦੇ। ਕੁਛ ਇੱਕ ਸਟੇਟ ਫੰਡਿੰਗ ਦੇ ਨਾਲ ਸ਼ੁਰੂ ਕਰ ਸਕਦੇ ਪ੍ਰੋਗਰਾਮ, ਪਰ ਉਹ ਸਾਰੀ ਦੀ ਸਾਰੀ ਇਕਨੋਮੀ ਤਾਂ ਨਹੀਂ ਤੁਹਾਡੇ ਕੋਲ ਜੀ। ਹੁਣ 2008 ਦੇ ਵਿੱਚ ਇੱਥੇ US ਦੇ ਵਿੱਚ ਸੈਸ਼ਨ ਆਇਆ ਸੀ। ਹਾਂਜੀ, ਤੁਸੀਂ ਦੇਖ ਘਰਾਂ ਦੇ ਘਰ ਇੱਕ ਐਰੀਜ਼ੋਨਾ ਦੇ ਵਿੱਚ ਕੋਈ ਦੋਸਤ ਮੇਰਾ ਹੌਲੀਡੇ ਇਨ ਖਰੀਦ ਕੇ ਆਇਆ, ਉਹਨੇ ਦਾ ਇੱਥੇ ਘਰ ਮਿਲ ਜਾਂਦਾ ਜਿੰਨੇ ਦਾ ਉਹ ਹੋਟਲ ਖਰੀਦ ਕੇ ਆਇਆ। ਹਾਂਜੀ, ਇਹ ਲੋਕਾਂ ਨੇ ਚੱਕ ਕੇ ਸੈੱਟ ਦਿੱਤੇ ਕਿਉਂਕਿ ਉਹਨਾਂ ਦੇ ਕੋਲ ਪੇਮੈਂਟਸ ਹੀ ਨਹੀਂ ਦੇ ਹੁੰਦੀਆਂ ਸੀ ਜੀ, ਤਾਂ ਬੈਂਕਾਂ ਨੇ ਉਹ ਲਾਤੇ ਸੇਲ ਤੇ ਕਿ ਤੁਸੀਂ ਖਰੀਦ ਲਓ। ਹੁਣ ਉਹੀ ਜਗ੍ਹਾ ਹੈ ਜਿੱਥੇ ਤੁਹਾਨੂੰ ਘਰ ਨਹੀਂ ਮਿਲਦਾ। ਹਾਂਜੀ, ਉਲਟਾ ਹੋ ਗਿਆ ਨਾ ਚੱਕਰ ਜੀ। ਬਿਲਕੁਲ, ਇਹ ਕੰਟਰੋਲ ਲੈਜ਼ੇ ਫੇਅਰ ਦਾ ਆ, ਫ੍ਰੀ ਐਂਟਰਪ੍ਰਾਈਜ਼ ਇਕਨੋਮੀ ਚੱਲਦੀ ਏਦਾਂ ਹੈ ਜੀ। ਅੱਛਾ, ਦੂਸਰੇ ਪਾਸੇ ਦੇਖੋ 2008 ਦੇ ਵਿੱਚ ਉਹੀ ਰਿਸੈਸ਼ਨ ਸਾਡੇ ਤੇ ਵੀ ਆਇਆ ਤੇ ਚਾਈਨਾ ਤੇ ਵੀ ਆਇਆ ਜੀ। ਚਾਈਨਾ ਦੇ ਵਿੱਚ ਸਟੇਟ ਕੰਟਰੋਲ ਬਹੁਤ ਹੈ ਇਕਨੋਮੀ ਦਾ। ਹਾਂਜੀ, ਉਹਨੇ ਉਹਨਾਂ ਨੂੰ ਬਚਾਈ ਰੱਖਿਆ ਥੋੜਾ ਜਿਹਾ। ਸੋ ਸਟੇਟ ਜੇ ਤਾਂ ਬਹੁਤ ਜ਼ਿਆਦਾ ਇਕਨੋਮੀ ਨੂੰ ਕੰਟਰੋਲ ਕਰਦੀ ਹੈ, 70-75% ਇਕਨੋਮੀ ਨੂੰ ਕੰਟਰੋਲ ਕਰਦੀ ਹੈ, ਫੇਰ ਕੁਛ ਕਰ ਸਕਦੀ ਹੈ, ਅਦਰਵਾਈਜ਼ ਕੋਈ ਵੀ ਸਟੇਟ ਨਹੀਂ ਕਰ ਸਕਦੀ। ਇਹ ਕਹਿਣ ਦੀਆਂ ਗੱਲਾਂ ਆ ਇਹਨਾਂ ਦੀ। ਤਾਂ ਦੂਸਰੀ ਗੱਲ ਵੱਡੀ ਇਹ ਆ, ਵਾਰ-ਵਾਰ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਜੇ ਸਾਡੀ ਆਰਥਿਕਤਾ ਠੀਕ ਹੈ, ਸਾਨੂੰ ਰੋਟੀ ਮਿਲਦੀ ਹੈ, ਫੇਰ ਅਸੀਂ ਹੋਰ ਗੱਲਾਂ ਸੁਣ ਸਕਦੇ ਹਾਂ, ਨਹੀਂ ਤਾਂ ਬਿਲਕੁਲ ਨਹੀਂ। ਤੇ ਜੋ ਬਾਈਡਨ ਲਈ ਇਹ ਖਤਰੇ ਦੀ ਘੰਟੀ ਆ ਜੀ। ਬਿਲਕੁਲ, ਤੁਸੀਂ ਸਹੀ ਕਿਹਾ ਡਾਕਟਰ ਸਾਹਿਬ, ਖਤਰੇ ਦੀ ਘੰਟੀ ਤਾਂ ਹੈ ਜੋ ਬਾਈਡਨ ਦੇ ਲਈ, ਪਰ ਉਹ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ, ਸਾਰੇ ਹੱਥ ਕੰਡੇ ਅਪਣਾ ਰਹੇ ਆ ਕਿ ਸ਼ਾਇਦ ਕਿਸੇ ਤਰੀਕੇ ਦੇ ਨਾਲ ਕੋਈ ਤਾਂ ਉਹਨਾਂ ਨੂੰ ਫਰਕ ਪਵੇ, ਥੋੜੀ ਜੀ ਜਿਹੜੀ ਉਹਨਾਂ ਦੀ ਰੇਟਿੰਗ ਹੈਗੀ ਆ ਉਹ ਚੰਗੀ ਆਵੇ। ਪਰ ਜਦੋਂ ਵੀ ਆਨ ਦਾ ਰਿਜ਼ਲਟ ਕੋਈ ਨਵੀਂ ਰਿਪੋਰਟ ਆਉਂਦੀ ਹੈ ਜਾਂ ਫਿਰ ਆਪਾਂ ਦੇਖਦੇ ਉਹਦੇ ਵਿੱਚ ਤਾਂ ਉਹ ਪਹਿਲਾਂ ਨਾਲੋਂ ਵੀ ਡਾਊਨ ਹੋਈ ਹੁੰਦੀ ਆ। ਡਾਕਟਰ ਸਾਹਿਬ, ਗੁਜਰਾਤ ਦੇ ਵਿੱਚ ਇੱਕ ਖਬਰ ਸਾਹਮਣੇ ਆਈ ਆ, ਅਜੀਬ ਖਬਰ ਲੱਗਦੀ ਹੈ ਥੋੜੀ ਜਿਹੀ। ਇੱਕ ਕੁੜੀ ਖੁਦ ਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਆ। ਤੁਸੀਂ ਕੀ ਸੋਚਦੇ ਹੋ ਕਿ ਉਹ ਖੁਦ ਦੇ ਨਾਲ ਹੀ ਵਿਆਹ ਕਿਉਂ ਕਰਵਾਉਣਾ ਚਾਹੁੰਦੀ ਆ? ਦੇਖੋ, ਕਹਿੰਦੇ ਹੁੰਦੇ ਵੀ ਵਕਤ ਕਿੱਦਾਂ ਬਦਲਦਾ, ਵਕਤ ਦੇ ਨਾਲ ਹੀ ਵਿਆਹ ਦੀ ਪਰਿਭਾਸ਼ਾ ਵੀ ਬਦਲ ਗਈ। ਪਰਿਵਾਰ ਪਹਿਲਾਂ ਅਸੀਂ ਸਮਝਦੇ ਹੁੰਦੇ ਪਰਿਵਾਰ ਆ, ਚਾਚੇ ਤਾਏ ਭੂਆ ਨਾਨੀਆਂ ਸਾਰੇ ਇਕੱਠੇ ਹੋਏ ਜਾਂਦੇ, ਹੁਣ ਕੱਲੇ ਕੱਲੇ ਆ। ਤੇ ਇਹਨੇ ਕੁੜੀ ਨੇ ਪਹਿਲੀ ਵਾਰ ਮਤਲਬ ਦੁਨੀਆ ਦੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ ਉਹ ਕਹਿੰਦੀ ਕਿ ਮਾਂ ਮੇਰੀ ਕਹਿੰਦੀ ਹੁੰਦੀ ਸੀ ਵੀ ਤੈਨੂੰ ਲਾਲ ਚੂੜੇ ਦੇ ਵਿੱਚ ਦੇਖਣਾ ਚਾਹੁੰਦੀ ਆ, ਮੈਂ ਮਾਂ ਨੂੰ ਸੱਦਣਾ ਚਾਹੁੰਦੀ ਆ, ਮੇਰੀ ਵੀ ਖਾਸ਼ ਆ ਨਾ। ਅਸੀਂ ਵੀ ਪੇਰੈਂਟਸ ਇਦਾਂ ਹੀ ਕਹਿੰਦੇ ਆ ਬੱਚਿਆਂ ਨੂੰ ਕਿ ਸਾਡੀ ਖਾਸ਼ ਆ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਸੱਦੀਏ, ਤੇਰਾ ਵਿਆਹ ਕਰੀਏ। ਪਹਿਲਾਂ ਤਾਂ ਪੜ੍ਹਾਉਣ ਤੇ ਜ਼ੋਰ ਹੁੰਦਾ ਕਿ ਤੁਸੀਂ ਪੜ੍ਹੋ ਜੀ, ਪੜ੍ਹਨ ਤੋਂ ਬਾਅਦ ਸਾਡਾ ਇਹ ਜ਼ੋਰ ਹੁੰਦਾ ਵੀ ਚੱਲ
ਹੁਣ ਵਿਆਹ ਕਰਾ। ਇਹ ਕੁੜੀ ਨੇ ਇੱਕ ਫਿਰ ਅਬਨੋਰਮਲ ਤਰੀਕਾ ਲੱਭ ਲਿਆ, ਕਹਿੰਦੀ ਤੁਹਾਡੀ ਖਾਸ਼ ਵੀ ਪੂਰੀ ਹੋ ਜਾਊਗੀ ਤੇ ਮੇਰਾ ਵਿਆਹ ਵੀ ਹੋ ਜਾਊਗਾ। ਹਾਂਜੀ, ਵਿਆਹ ਮੇਰਾ ਆਪਣੇ ਆਪ ਨਾਲ ਹੋਊਗਾ। ਹਾਂਜੀ। ਹੁਣ ਉਹ ਕਿੱਦਾਂ ਕਰਦੀ ਆ, ਪੰਡਿਤ ਨੂੰ ਸੱਦਦੀ ਆ ਜਾਂ ਉਹਦੇ ਵਿੱਚ ਕਿਸੇ ਸਿਵਲ ਕੋਰਟ ਦੇ ਵਿੱਚ ਜਾਂਦੀ ਕਿ ਆਪਣੇ ਆਪ ਨਾਲ ਵਿਆਹ ਕਰਾਉਣਾ ਹੈ? ਕਿਉਂਕਿ ਵਿਆਹ ਦੀ ਪਰਿਭਾਸ਼ਾ ਜਿਹੜੀ ਹਿੰਦੁਸਤਾਨ ਦੇ ਵਿੱਚ ਆ ਉਹ ਅਜੇ ਤੱਕ ਇਹੀ ਆ ਵੀ ਇੱਕ ਔਰਤ ਦਾ ਇੱਕ ਮਰਦ ਦੇ ਨਾਲ ਵਿਆਹ ਹੁੰਦਾ। ਹਾਂਜੀ, ਹਿੰਦੂ ਐਕਟ ਤਾਂ ਇਹੀ ਕਹਿੰਦਾ ਹੈ ਜੀ, ਮੁਸਲਿਮ ਲਾਅ ਵੀ ਇਹੀ ਕਹਿੰਦਾ ਹੈ। ਤੇ ਇਹ ਨਵਾਂ ਤਰੀਕਾ ਆ ਵੀ ਹੁਣ ਕੋਈ ਨਵੇਂ ਵਿਆਹ ਇਦਾਂ ਦੇ ਹੋਣੇ ਸ਼ੁਰੂ ਹੋ ਜਾਣਗੇ ਕਿ ਬੱਚਿਆਂ ਨੂੰ ਅਸੀਂ ਕਹੀਏ ਕਿ ਤੂੰ ਵਿਆਹ ਕਰਾ, ਉਹ ਕਹਿੰਦੇ ਕਰ ਲਾ ਤੂੰ ਹਾਲ ਬੁੱਕ, ਕੋਈ ਗੱਲ ਨਹੀਂ, ਹੋਰ ਕੋਈ ਹੈ ਨਹੀਂ, ਮੈਂ ਆਪਣੇ ਆਪ ਨਾਲ ਹੀ ਕਰਾਉਣਾ। ਹਾਂਜੀ, ਉਹਨੇ ਆਪਣੀ ਮਾਂ ਨੂੰ ਕਿਹਾ ਨਾ ਸਪੈਸ਼ਲੀ ਕਿ ਤੁਸੀਂ ਮੈਨੂੰ ਬ੍ਰਾਈਡਲ ਡਰੈਸ 'ਚ ਦੇਖਣਾ ਚਾਹੁੰਦੇ ਹੋ, ਚਲੋ ਠੀਕ ਆ, ਰਸਮਾਂ ਵੀ ਸਾਰੀਆਂ ਮੈਂ ਕਰ ਦਊਂਗੀ, ਸਾਰਾ ਕੁਝ ਤੁਹਾਡੀ ਜਿਹੜੀਆਂ ਇੱਛਾਵਾਂ ਹੈਗੀਆਂ ਮੈਂ ਪੂਰੀਆਂ ਕਰ ਦਿੰਦੀ ਆ। ਦੇਖੋ ਡਾਕਟਰ ਸਾਹਿਬ ਤੁਸੀਂ ਕਿੰਨਾ ਬਦਲ ਰਿਹਾ ਸਾਰਾ ਸਮਾਜ, ਹੈ ਨਾ, ਵਕਤ ਬਦਲਦਾ, ਪਤਾ ਨਹੀਂ ਕੀ ਬਦਲਣਾ ਅਜੇ। ਹਾਂਜੀ, ਆਉਣ ਵਾਲੇ ਸਮੇਂ 'ਚ ਔਰ ਖਾਸ ਤੌਰ ਤੇ ਪਿਛਲੇ 30 ਸਾਲਾਂ 'ਚ ਜਾਂ 40 ਸਾਲਾਂ 'ਚ ਇੰਨੀ ਦੁਨੀਆ ਬਦਲੀ ਹੈ ਨਾ ਜੀ। ਪਹਿਲਾਂ ਤਾਂ ਬਹੁਤ ਘੱਟ ਚੇਂਜਸ ਆਈਆਂ ਜਿਹੜੀਆਂ ਸਾਡੀ ਵਾਰੀ ਤਾਂ ਕਿਤੇ ਛੋਟਿਆਂ ਹੁੰਦਿਆਂ ਤੇ ਆ ਇਹ ਦੇਖੀਆਂ ਸੀ ਵੀ ਬਿਜਲੀ ਆਈ ਆ ਤੇ ਉਸ ਤੋਂ ਬਾਅਦ ਰੇਡੀਓ ਚੱਲਦਾ ਹੁੰਦਾ ਸੀ, ਫਿਰ ਥੋੜੀ ਦੇਰ ਬਾਅਦ ਟੀਵੀ ਆਇਆ ਤੇ ਹੁਣ ਇੱਕਦਮ ਹੀ ਪਹਿਲਾਂ ਤਾਂ ਗਾਣਾ ਹੀ ਸੁਣਦੇ ਹੁੰਦੇ ਸੀ ਨਾ ਕਿ ਖੇਤੋਂ ਘਰ ਨੂੰ ਲਵਾ ਦੇ ਟੈਲੀਫੋਨ ਹਾਣੀਆਂ। ਹਾਂਜੀ, ਹੁਣ ਹਰੇਕ ਹੀ ਬੰਦਾ ਜੇਬ 'ਚ ਪਾ ਕੇ ਤੁਰੇ ਫਿਰਦਾ। ਹਾਂਜੀ, ਇਹ ਕਦੇ ਸੋਚਿਆ ਕਿ ਉਹਨੇ ਕਿ ਜੇਬ ਦੇ ਵਿੱਚ ਫੋਨ ਹੋਊ ਹਰੇਕ ਦੀ? ਉਸ ਵਕਤ ਤੱਕ ਲੋਕਾਂ ਨੇ ਇਮੇਜਿਨ ਵੀ ਨਹੀਂ ਕੀਤਾ ਹੋਣਾ। ਇਹ ਦੇਖ ਲਓ ਕੀ ਆਉਣਾ ਅਜੇ ਪਤਾ ਨਹੀਂ ਸਾਨੂੰ। ਪਰ ਆ ਵੀ ਦਿਨ ਦੇਖਣੇ ਸੀ ਵੀ ਕੱਲੇ ਦਾ ਵਿਆਹ ਹੋ ਰਿਹਾ। ਜੀ ਡਾਕਟਰ ਸਾਹਿਬ, ਵੈਸੇ ਦੇਖੋ ਅੱਜ ਫਰਾਈਡੇ ਦਾ ਦਿਨ ਆ ਤੇ ਤੁਸੀਂ ਸਾਨੂੰ ਕਹਾਣੀ ਸੁਣਾਉਂਦੇ ਹੁੰਦੇ ਹੋ ਫਰਾਈਡੇ ਵਾਲੇ ਦਿਨ, ਤੇ ਫਿਰ ਅੱਜ ਦੀ ਕਹਾਣੀ ਜੋ ਹੈ ਸਾਨੂੰ ਤੁਸੀਂ ਸੁਣਾਉਣੀ ਸ਼ੁਰੂ ਕਰੋ, ਕਿਉਂਕਿ ਮੈਂ ਤਾਂ ਬਹੁਤ ਐਕਸਾਈਟਡ ਰਹਿੰਦੀ ਹਾਂ ਜਦੋਂ ਫਰਾਈਡੇ ਆਉਣਾ ਹੁੰਦਾ। ਮੈਨੂੰ ਹੁੰਦਾ ਕਿ ਅੱਜ ਡਾਕਟਰ ਸਾਹਿਬ ਦੇਖਦੇ ਆ ਵੀ ਕਿਹੜੀ ਕਹਾਣੀ ਸੁਣਾਉਣਗੇ। ਚਲੋ ਅੱਜ ਜੁਮੇ ਵਾਲਾ ਦਿਨ ਹੈ, ਅੱਜ ਕਹਾਣੀ ਦੀ ਹੈ। ਇੱਕ ਪੁਰਾਣੇ ਦੇਸ਼ ਦੇ ਵਿੱਚ ਕਾਫੀ ਖੁਸ਼ਹਾਲ ਦੇਸ਼ ਸੀ, ਕਾਫੀ ਵੱਡਾ ਦੇਸ਼ ਸੀ। ਬਾਦਸ਼ਾਹ ਦਾ ਮਹਿਲ ਬਿਲਕੁਲ ਦਰਿਆ ਦੇ ਨਜ਼ਦੀਕ ਸੀ। ਦਰਿਆ ਵੀ ਵੱਡਾ ਸੀ ਜਿਹਦਾ ਸਾਡੇ ਜੇਹਲਮ ਤੋਂ ਚਨਾਹ ਆ। ਹਾਂਜੀ, ਤੇ ਉੱਥੇ ਪਹਾੜਾਂ ਦੇ ਲਾਗੇ ਦਰਿਆ ਸੀ ਤੇ ਪਹਾੜ ਦੇ ਵਿੱਚੋਂ ਗਲੇਸ਼ੀਅਰ ਦਾ ਪਾਣੀ ਵੀ ਬੜਾ ਵਧੀਆ। ਉਦੋਂ ਅਜੇ ਇਨਸਾਨ ਨੇ ਜ਼ਿਆਦਾ ਤਰੱਕੀ ਨਹੀਂ ਸੀ ਕੀਤੀ, ਇਸ ਕਰਕੇ ਪਾਣੀ ਵੀ ਸਾਫ਼ ਹੁੰਦਾ ਸੀ। ਹਾਂਜੀ, ਤੇ ਤਰੱਕੀ ਨੇ ਮਾਰਤਾ ਨਾ, ਉਦੋਂ ਲੁਧਿਆਣੇ ਵਾਲਾ ਗੰਦਾ ਨਾਲਾ ਨਹੀਂ ਸੀ ਹੁੰਦਾ ਜੀ। ਤੋ ਉਹ ਇੱਕ ਦਿਨ ਤਾਂ ਆਪਣੇ ਮਹਿਲ ਤੇ ਚੜਿਆ ਆ ਤੇ ਫਿਰ ਉਹਨੇ ਦੇਖਿਆ ਵੀ ਮੈਂ ਕਦੇ ਦਰਿਆ ਦੀ ਸੈਰ ਨਹੀਂ ਕੀਤੀ। ਅੰਦਰ ਜਾ ਕੇ ਉਹਨੇ ਆਪਣੇ ਵਜ਼ੀਰ ਨੂੰ ਤਲਬ ਕੀਤਾ, ਕਹਿੰਦਾ ਯਾਰ ਆਪਾਂ ਪਹਾੜਾਂ ਤੇ ਤੁਰੇ ਫਿਰਦੇ ਰਹਿੰਦੇ ਆ, ਆਹ ਸਾਡੇ ਲਾਗੇ ਸੋਹਣਾ ਦਰਿਆ ਆ, ਇਹਦਾ ਸੋਹਣਾ ਪਾਣੀ ਆ, ਔਰ ਕੰਡਿਆਂ ਦੇ ਉੱਤੇ ਜਿੰਨੇ ਵੀ ਦੋਹੀਂ ਪਾਸੇ ਫੁੱਲ ਲੱਗੇ ਹੋਏ ਆ, ਇਹਦੀ ਸੈਰ ਕੀਤੀ ਜਾਵੇ, ਕਿੰਨਾ ਸੋਹਣਾ ਰਮਣੀਕ ਜਗ੍ਹਾ ਹੈ। ਹਾਂਜੀ, ਉਹ ਕਹਿੰਦਾ ਬਾਦਸ਼ਾਹ ਸਲਾਮਤ, ਤੁਸੀਂ ਦੱਸੋ, ਤੁਸੀਂ ਕੱਲ ਨੂੰ ਸਵੇਰੇ ਤੋਰ ਦਿੰਦੇ, ਐਤਵਾਰ ਦਾ ਦਿਨ ਹੈ, ਤੁਸੀਂ ਸਵੇਰੇ ਜਾ ਕੇ ਸੈਰ ਕਰੋ। ਹਾਂਜੀ, ਉਹਨੇ ਇੱਕ ਮਲਾਹ ਨੂੰ ਕਿਹਾ ਵੀ ਕਰ ਕਿਸ਼ਤੀ ਤਿਆਰ, ਰੱਖ ਸਾਜੋ ਸਮਾਨ, ਬਾਦਸ਼ਾਹ ਸਵੇਰੇ ਨੂੰ ਜਾਣਗੇ ਤੁਹਾਡੇ ਨਾਲ। ਮਾਰਨਿੰਗ ਵਾਕ ਤੁਹਾਡੇ ਵਾਕ ਮਤਲਬ ਲੰਮੇ ਪੈ ਕੇ ਬੈਠ ਕੇ, ਤੇ ਉਹਨੇ ਆਪਣੀ ਕਿਸ਼ਤੀ ਤਿਆਰ ਕਰ ਲਈ। ਬਾਦਸ਼ਾਹ ਬੈਠ ਗਿਆ ਉਹਦੇ ਵਿੱਚ। ਉਹ ਪਹਿਲਾਂ ਤਾਂ ਦਰਿਆ ਲੰਘਦਾ ਸੀ ਉਹਨਾਂ ਦੀ ਰਾਜਧਾਨੀ ਦੇ ਵਿੱਚ ਦੀ, ਉਸ ਤੋਂ ਬਾਅਦ ਥੋੜਾ ਜਿਹਾ ਜੰਗਲ ਆਉਂਦਾ ਸੀ, ਤੇ ਉਹ ਬਹੁਤ ਹੀ ਸੋਹਣਾ ਲੱਗੇ ਉਹਨਾਂ ਨੂੰ ਵੀ ਜੰਗਲ ਦਾ ਦੋਹੀਂ ਪਾਸੇ ਦਰਖਤ ਹੀ ਦਰਖਤ ਹੈ। ਪਹਿਲੀ ਵਾਰੀ ਗਿਆ ਕਰਕੇ। ਤੇ ਉਸ ਤੋਂ ਜੰਗਲ ਤੋਂ ਬਾਅਦ ਹੀ ਨਾਲ ਇੱਕ ਮਛੇਰਿਆਂ ਦਾ ਪਿੰਡ ਸੀ, ਉੱਥੇ ਮੱਛੀਆਂ ਫੜਦੇ ਸੀ ਲੋਕ। ਤੇ ਉੱਥੇ ਮਛੇਰਿਆਂ ਦੇ ਪਿੰਡ ਦੇ ਵਿੱਚ ਜਦੋਂ ਬੜੇ ਹੀ ਆ ਤਾਂ ਮਛੇਰੇ ਤਾਂ ਉਸ ਦਿਨ ਐਤਵਾਰ ਵਾਲੇ ਦਿਨ ਉਹ ਕੰਮ ਨਹੀਂ ਸੀ ਕਰਦੇ, ਉਹਨਾਂ ਨੇ ਹੌਲੀਡੇ ਕੀਤੀ ਹੋਣੀ, ਡੇ ਆਫ ਹੋਣਾ ਉਹਨਾਂ ਦਾ। ਹਾਂਜੀ, ਤੇ ਉੱਥੇ ਇੱਕ ਕਿਨਾਰੇ ਦੇ ਲਾਗੇ ਇੱਕ ਔਰਤ ਖੜੀ ਮੱਛੀਆਂ ਨੂੰ ਦਾਣਾ ਪਾ ਰਹੀ ਸੀ। ਉਹਨੇ ਕੋਈ ਤੋਤੇ ਰੰਗਾ ਸੂਟ ਪਾਇਆ ਆ, ਪਿੱਛੇ ਉਹਦੇ ਫੁੱਲ, ਪਾਣੀ ਸਾਫ਼, ਖੜੀ। ਤੇ ਰਾਜੇ ਨੂੰ ਬੜੀ, ਬਾਦਸ਼ਾਹ ਨੂੰ ਮਨ ਦੇ ਵਿੱਚ ਆਇਆ ਕਿ ਇਹਨੂੰ ਪੁੱਛਦੇ ਆ ਜਾ ਕੇ
ਤੇ ਇੱਕ ਤਾਂ ਵੈਸੇ ਖੂਬਸੂਰਤ ਹੈ, ਸੁੰਦਰ ਹੈ, ਦੂਸਰੀ ਅਕਲ ਵਾਲੀ ਹੈ, ਮੱਛੀਆਂ ਨੂੰ ਮਤਲਬ ਭੋਜਨ ਦੇ ਰਹੀ ਹੈ, ਦਾਣਾ ਪਾ ਰਹੀ ਹੈ। ਉਹਨੂੰ ਪਤਾ ਹੈ ਵੀ ਮੱਛੀਆਂ ਫੜਨ ਤੋਂ ਪਹਿਲਾਂ ਇਹਨਾਂ ਨੂੰ ਕੁਝ ਖਿਲਾਉਣਾ ਵੀ ਚਾਹੀਦਾ ਤਾਂ ਕਿ ਵੱਡੀਆਂ ਹੋਣ। ਹਾਂਜੀ। ਤੇ ਉਹ ਕਹਿੰਦਾ ਮਲਾਹ ਨੂੰ ਵੀ ਚੱਲ ਇਹਦੇ ਲਾਗੇ ਜਾ ਕੇ ਖੜੀ ਕਰ, ਪੁੱਛ ਲੈਂਦੇ ਆ, ਜੇ ਨਹੀਂ ਵਿਆਹੀ ਤਾਂ ਫਿਰ ਇਹਦੇ ਘਰਦਿਆਂ ਨੂੰ ਸੁਨੇਹਾ ਭੇਜ ਦਿੰਦੇ, ਕੋਈ ਗੱਲ ਨਹੀਂ, ਇਹ ਆਊਗੀ ਮਹਿਲਾਂ ਦੇ ਵਿੱਚ, ਚਾਰ ਚੰਦ ਲਾਊਗੀ। ਰਾਜੇ ਦਾ ਦਿਲ ਆ ਗਿਆ, ਰਾਜੇ ਦਾ ਦਿਲ ਆ ਗਿਆ। ਮਲਾਹ ਨੇ ਲਿਜਾ ਕੇ ਆਪਣੀ ਬੇੜੀ ਉਹਦੇ ਲਾਗੇ ਰੱਖਤੀ। ਤਾਂ ਫਿਰ ਦਿਮਾਗ 'ਚ ਆਇਆ ਉਹਦੇ ਰਾਜੇ ਦੇ, ਇਹ ਤਾਂ ਫੁਕਰਿਆਂ ਵਾਲਾ ਕੰਮ ਆ, ਕੋਈ ਦੇਖੂਗਾ, ਵੈਸੇ ਲੋਕੀ ਮੇਰੀ ਇੱਜ਼ਤ ਕਰਦੇ ਆ, ਤੇ ਕੋਈ ਦੇਖੂਗਾ ਕੁੜੀ ਨਾਲ ਗੱਲ ਕਰਦਾ, ਚੰਗੀ ਗੱਲ ਨਹੀਂ ਹੈ। ਮਤਲਬ ਕਿ ਦਿਲ ਤੇ ਦਿਮਾਗ ਦੀ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਹੋ ਗਈ। ਦਿਮਾਗ ਨਾਲ ਉਹਨੇ ਸੋਚ ਲਿਆ, ਕਹਿੰਦਾ ਚੱਲ ਫਿਰ ਵਾਪਸ ਮਹਿਲਾਂ ਨੂੰ। ਉਹਨਾਂ ਨੇ ਕਿਸ਼ਤੀ ਵਾਪਸ ਮੋੜ ਲਈ, ਕਿ ਮਹਿਲਾਂ 'ਚ ਆ ਗਿਆ। ਆਉਂਦੇ ਨਹੀਂ, ਫਿਰ ਵਜ਼ੀਰ ਨੂੰ ਫਿਰ ਤਲਬ ਕਰ ਲਿਆ। ਕਹਿੰਦਾ ਯਾਰ ਉਹ ਉੱਥੇ ਆ ਜੰਗਲ ਤੋਂ ਅੱਗੇ ਇੱਕ ਮਛੇਰਿਆਂ ਦਾ ਪਿੰਡ ਜਿਹਨੂੰ ਕਹਿੰਦੇ ਆ, ਵੀ ਉੱਥੇ ਮੈਂ ਇੱਕ ਕੁੜੀ ਦੇਖੀ ਆ, ਤੇ ਜੇ ਉਹ ਨਹੀਂ ਵਿਆਹੀ ਤਾਂ ਉਹਨੂੰ ਵਿਆਹ ਕਰਾਉਣ ਨੂੰ ਦਿਲ ਕਰਦਾ। ਮਤਲਬ ਦਿਲ ਫੇਰ ਹਾਵੀ ਹੋ ਗਿਆ, ਜਜ਼ਬਾਤ ਫੇਰ ਹਾਵੀ ਹੋ ਗਏ ਦਿਮਾਗ ਤੇ। ਉਹ ਕਹਿੰਦਾ ਬਾਦਸ਼ਾਹ ਸਲਾਮਤ, ਤੁਸੀਂ ਐਡੇ ਵੱਡੇ ਮੁਲਕ ਦੇ ਬਾਦਸ਼ਾਹ, ਦੱਸੋ ਉਹਦੇ ਤਾਂ ਘਰ ਦੇ ਬੜੇ ਖੁਸ਼ ਹੋਣਗੇ ਵੀ ਬਾਦਸ਼ਾਹ ਨੇ ਰਿਸ਼ਤਾ ਮੰਗਿਆ। ਹਾਂਜੀ। ਤਾਂ ਉਹਨੇ ਉਦੋਂ ਹੀ ਜਸੂਸ ਥੋੜੇ ਜਿਹਾ ਇਕੱਠੇ ਕੀਤੇ, ਚਲੋ ਜਾ ਕੇ ਪਤਾ ਕਰੋ ਹੈ ਕੌਣ ਉਹ ਆ ਗਏ ਸ਼ਾਮ ਨੂੰ ਜਸੂਸ ਪਤਾ ਕਰਕੇ, ਕਹਿੰਦੇ ਵੀ ਉਹ ਤਾਂ ਵਿਆਹੀ ਆ, ਵਿਆਹੀ ਵੀ ਮਛੇਰੇ ਦੇ ਨਾਲ ਹੈ। ਬਾਦਸ਼ਾਹ ਦਾ ਤੇ ਦਿਲ ਟੁੱਟ ਗਿਆ ਹੋਣਾ, ਤੇ ਵਿਆਹੀ ਹਾਲੇ ਤਾਜੀ ਵਿਆਹੀ ਹੈ ਵੈਸੇ, ਤੇ ਉਹਨਾਂ ਦੇ ਨਾਲ ਮਛੇਰੇ ਦੇ ਮਾਂ-ਬਾਪ ਰਹਿੰਦੇ, ਉਹਦੇ ਸੱਸ ਸਹੁਰਾ ਰਹਿੰਦੇ ਆ। ਤੇ ਫਿਰ ਬਾਦਸ਼ਾਹ ਨੇ ਸੋਚਿਆ ਕਿ ਇਹਦਾ ਇਲਾਜ ਕੀ ਕੀਤਾ ਜਾਵੇ। ਵਜ਼ੀਰ ਕਹਿੰਦਾ ਵੀ ਇਲਾਜ ਤਾਂ ਕੀਤਾ ਜਾ ਸਕਦਾ, ਵੀ ਬਾਦਸ਼ਾਹ ਤਾਂ ਕਿਸੇ ਨੂੰ ਵੀ ਬੰਦਾ ਮਾਰ ਸਕਦਾ, ਕੁਛ ਕਰ ਸਕਦਾ, ਉਹਨੂੰ ਵਿਆਹ ਹੀ ਕਰਾਉਣਾ ਤਾਂ। ਹਾਂਜੀ। ਪਰ ਮਾਰੋਗੇ ਤਾਂ ਫਿਰ ਗੱਲਬਾਤ ਖਰਾਬ ਹੁੰਦੀ ਹੈ, ਫਿਰ ਲੋਕੀ ਕਹਿਣਗੇ ਵੀ ਇਹ ਕੀ ਕਰਦਾ ਫਿਰਦਾ। ਜੇ ਤਰੀਕੇ ਨਾਲ ਮਾਰੋਗੇ ਕਿਸੇ ਨੂੰ, ਕੋਈ ਗੱਲ ਮਤਲਬ ਉਹਨੇ ਕੋਈ ਗੁਸਤਾਖੀ ਕਰ ਦਿੱਤੀ ਜਾਂ ਇਦਾਂ ਦੀ ਗੱਲ ਕੀਤੀ ਜਿਹੜੀ ਹੁਕਮ ਅਦੂਲੀ ਜਿਹਨੂੰ ਕਹਿੰਦੇ ਅਸੀਂ, ਉਹ ਕਰ ਦੇਵੇ, ਉਹ ਨਾ ਫਿਰ ਜਾਇਜ਼ ਹੋਊਗਾ। ਉਦੋਂ ਬਾਅਦ ਵਿਧਵਾ ਨਾਲ ਵਿਆਹ ਕਰਾਉਣਾ ਠੀਕ ਹੈ, ਕੋਈ ਗੱਲ ਮਾੜੀ ਨਹੀਂ। ਉਹ ਕਹਿੰਦਾ ਕੋਈ ਫਿਰ ਸਕੀਮ ਲੜਾ ਨਾ। ਉਹ ਕਹਿੰਦੇ ਲੜਾਨੇ ਸਕੀਮ, ਤੁਸੀਂ ਉਹਨੂੰ ਬੰਦੇ ਨੂੰ ਤਾਂ ਸੱਦੋ, ਪਹਿਲਾਂ ਉਹਨੂੰ ਤਲਬ ਕਰਦੇ ਆ, ਮੈਂ ਜਸੂਸ ਭੇਜੇ ਵੀ ਜਾ ਭਾਈ ਉੱਥੇ ਤੈਨੂੰ ਮਹਿਲਾਂ 'ਚ ਸੱਦਿਆ। ਮਛੇਰਾ ਆ ਗਿਆ ਵਿਚਾਰਾ, ਉਹ ਬੈਠਾ ਆ ਕੇ ਦਰਬਾਰ ਦੇ ਵਿੱਚ। ਤਾਂ ਬਾਦਸ਼ਾਹ ਨੂੰ ਵਜ਼ੀਰ ਕਹਿੰਦਾ ਵੀ ਇਹਨੂੰ ਕਹਿ ਵੀ ਕੱਲ ਨੂੰ ਸਵੇਰੇ ਇੱਥੇ ਆਵੇ ਤੇ ਸਵਾਰੀ ਕਰੇ ਕਿਸੇ ਜਾਨਵਰ ਦੀ, ਤੇ ਨਾਲ ਤੁਰ ਕੇ ਆਵੇ, ਦੋ ਹੀ ਚੀਜ਼ਾਂ ਇਕੱਠੀਆਂ ਹੀ ਕਰੇ, ਸਵਾਰੀ ਵੀ ਕਰੇ ਤਾਂ ਪੈਦਲ ਵੀ ਚੱਲੇ। ਤੇ ਜੇ ਨਾ ਕਰੇ ਤਾਂ ਫਿਰ ਇਹਦਾ ਹੁਕਮ ਅਦੂਲੀ ਦਾ ਮਤਲਬ ਇਹੀ ਹੈ, ਸਿਰ ਕੱਟ ਦਿਆਂਗੇ ਅਸੀਂ। ਫਿਰ ਤਰੀਕਾ ਤਾਂ ਹੈ ਨਾ, ਫਿਰ ਵਿਧਵਾ ਨਾਲ ਵਿਆਹ ਕਰਾ ਲਿਓ, ਕੋਈ ਗੱਲ ਨਹੀਂ। ਮਤਲਬ ਕਿ ਲੰਬੀ ਪਲੈਨਿੰਗ ਸੀ, ਲੰਬੀ ਪਲੈਨਿੰਗ ਉਹਨੇ ਕਰਤੀ। ਉਹਨੇ ਰਾਜੇ ਨੇ ਉਹੀ ਕਹਿਤਾ, ਕਹਿੰਦਾ ਵੀ ਭਾਈ ਤੂੰ ਜਾ ਸਵਾਰੀ ਕਰਕੇ ਆ ਤਾਂ ਪੈਦਲ ਚੱਲ। ਉਹ ਵਿਚਾਰਾ ਮਛੇਰਾ ਫਸ ਗਿਆ, ਤੁਰ ਪਿਆ ਘਰ ਨੂੰ। ਜਾ ਕੇ ਘਰ ਬੈਠਾ ਤਾਂ ਉਹਦਾ ਮੂੰਹ ਉੜਿਆ। ਉਹਦੀ ਘਰ ਵਾਲੀ ਪੁੱਛਦੀ ਹੈ ਵੀ ਕੀ ਹੋਇਆ, ਅੱਜ ਬਾਦਸ਼ਾਹ ਦੇ ਕੋਲ ਗਿਆ ਸੀ। ਕਹਿੰਦਾ ਬਾਦਸ਼ਾਹ ਨੇ ਤਾਂ ਪੰਗਾ ਪਾਤਾ, ਕੱਲ ਨੂੰ ਹੁਕਮ ਅਦੂਲੀ ਹੋਊਗੀ ਮੇਰੇ ਤੋਂ। ਵੀ ਉਹ ਕਹਿੰਦਾ ਵੀ ਸਵਾਰੀ ਵੀ ਕਰ ਤਾਂ ਪੈਦਲ ਵੀ ਚੱਲ, ਇਹ ਦੋਏ ਚੀਜ਼ਾਂ ਕਿੱਦਾਂ ਹੋ ਸਕਦੀਆਂ। ਉਹ ਕਹਿੰਦੀ ਮੈਨੂੰ ਤਾਂ ਬਹੁਤਾ ਪਤਾ ਨਹੀਂ, ਵੀ ਮੇਰੀ ਭੈਣ ਬਹੁਤ ਸਿਆਣੀ ਹੈ, ਭੈਣ ਉੱਥੇ ਪਿੰਡ ਹੀ ਰਹਿੰਦੀ ਸੀ ਉਹਦੀ, ਤਾਂ ਲੋਕੀ ਦੂਰੋਂ ਉਹਦੀ ਭੈਣ ਦੀ ਸਲਾਹ ਵੀ ਲੈਣ ਆਉਂਦੇ ਸੀ ਜੀ। ਤਾਂ ਉਹ ਚਲ ਗਈ ਵੀ ਦੀਦੀ ਜੀ ਦੱਸ ਮੈਨੂੰ ਏਦਾਂ ਸਾਡੇ ਤਾਂ ਕੋਈ ਮੁਸ਼ਕਲ ਆ ਗਈ ਹੈ। ਹਾਂਜੀ। ਵੀ ਇੱਕ ਸਵਾਰੀ ਵੀ ਹੋਵੇ ਤੇ ਨਾਲ ਪੈਦਲ ਵੀ ਚੱਲੇ। ਉਹ ਕਹਿੰਦੀ ਫਿਕਰ ਨਾ ਕਰ, ਮੇਰੇ ਵਿਹੜੇ ਦੇ ਵਿੱਚ ਜਾਨਵਰ ਬੰਨੇ ਆ, ਉੱਥੇ ਇੱਕ ਬੱਕਰੀ ਵੀ ਖੜੀ ਆ। ਹਾਂਜੀ। ਬੱਕਰੀ ਦੇ ਪਿੱਠ ਤੇ ਬੈਠ ਜਵੇ ਤੇ ਨਾਲ ਪੈਦਲ ਵੀ ਚੱਲ ਜਾਵੇ, ਇਹ ਦੋਏ ਗੱਲਾਂ ਉਹਦੀਆਂ ਪੂਰੀਆਂ ਹੋ ਜਾਣੀਆਂ। ਦੀਦੀ ਨੇ ਆਪਣੀ ਸਿਆਣਪ ਦੇ ਨਾਲ ਉਹਨੇ ਆਪਣੀ ਸਿਆਣਪ ਸੋਲੂਸ਼ਨ ਦਿੱਤਾ। ਉਹਨੇ ਉਹ ਬੰਦਾ ਖੁਸ਼ ਹੋ ਗਿਆ, ਉਹ ਗਿਆ ਮਹਿਲਾਂ ਦੇ ਵਿੱਚ, ਤਾਂ ਬੱਕਰੀ ਤੇ ਚੜਿਆ ਆਵੇ, ਨਾਲ ਤੁਰਿਆ ਆਵੇ। ਹਾਂਜੀ। ਬਾਦਸ਼ਾਹ ਨੇ ਦੇਖਿਆ ਵੀ ਇਹ ਤਾਂ ਬੰਦਾ ਸਾਡੇ ਨਾਲ ਸਿਆਣਾ ਨਿਕਲਿਆ, ਅਕਲਮੰਦ ਆ। ਉਹ ਕਹਿੰਦਾ ਚੱਲ ਏਦਾਂ ਕਰ, ਤੂੰ ਬੈਠ ਚਾਹ ਚੂ ਪੀ ਹਾਲੇ,
ਆਓ ਭਗਤ ਕੀਤੀ ਉਹਦੀ। ਫਿਰ ਉਹਨੇ ਵਜ਼ੀਰ ਨੂੰ ਫੇਰ ਸੱਦਿਆ, ਕਹਿੰਦਾ ਯਾਰ ਉਹ ਬੰਦੇ ਨੇ ਤਾਂ ਉਹ ਕੰਮ ਕਰ ਦਿੱਤਾ, ਉਹ ਪੈਦਲ ਵੀ ਆ ਗਿਆ ਤੇ ਸਵਾਰੀ ਵੀ ਕੀਤੀ ਸੀ। ਹਾਂਜੀ। ਵਜ਼ੀਰ ਨੇ ਫੇਰ ਦਿਮਾਗ ਲੜਾਇਆ, ਕਹਿੰਦਾ ਵੀ ਇਦਾਂ ਕਰ, ਇਹਨੂੰ ਕਹਿ ਕੱਲ ਨੂੰ ਨੰਗਾ ਹੋ ਕੇ ਆਵੇ, ਪਰ ਕੋਈ ਕੁਛ ਪਾਇਆ ਵੀ ਹੋਵੇ ਉੱਤੇ, ਦੋਏ ਚੀਜ਼ਾਂ ਹੋਣ, ਸਾਰਾ ਸਰੀਰ ਇਹਦਾ ਨੰਗਾ ਹੋਵੇ ਪਰ ਇਹਨੇ ਪਹਿਨਿਆ ਹੋਵੇ ਕੁਛ। ਉਹ ਕਹਿੰਦਾ ਹੈਰਾਨੀ ਹੋ ਗਈ ਉਹਨੂੰ, ਬੈਠੇ ਨੂੰ ਚਾਹ ਪਿਲਾਉਂਦੇ ਨੂੰ, ਉਹਦੇ ਪਿੰਡ ਦਾ ਕੋਈ ਬੰਦਾ ਬੈਠਾ ਜਸੂਸੀ ਕਰਦਾ ਹੁੰਦਾ ਸੀ। ਉਹ ਕਹਿੰਦਾ ਵੀ ਤੈਨੂੰ ਮੈਂ ਦੱਸ ਦਿੰਦਾ, ਇਹਨਾਂ ਨੇ ਤੈਨੂੰ ਮਾਰਨਾ ਆ, ਤੇਰੇ ਘਰ ਵਾਲੀ ਨਾਲ ਵਿਆਹ ਕਰਾਉਣਾ ਹੈ ਰਾਜੇ ਨੇ, ਵੀ ਇਹ ਤਾਂ ਸਕੀਮਾਂ ਇਦਾਂ ਦੀਆਂ ਕਰਦੇ ਆ। ਉਹ ਗਿਆ ਵਿਚਾਰਾ, ਰਾਜੇ ਨੇ ਫੇਰ ਕਹਿਤਾ ਵੀ ਕੱਲ ਨੂੰ ਆਈ, ਨੰਗਾ ਆਈ, ਪਰ ਕੁਛ ਪਹਿਨ ਕੇ ਆਈ ਜੀ। ਉਹ ਫੇਰ ਦਿਮਾਗ ਹੁਣ ਬੰਦੇ ਦਾ ਔੜ ਹੀ ਜਾਂਦਾ। ਹਾਂਜੀ। ਉਹਨੂੰ ਇਹ ਵੀ ਪਤਾ ਲੱਗ ਗਿਆ ਵੀ ਮੈਨੂੰ ਵੱਢਣ ਨੂੰ ਫਿਰਦੇ ਆ। ਵੈਸੇ ਵੀ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹੋਣੀ ਹੈ, ਨਿਕਲ ਗਏ ਪੈਰ। ਉਹ ਫੇਰ ਘਰ ਗਿਆ, ਤੋਤੇ ਉੜੇ, ਘਰ ਵਾਲੀ ਪੁੱਛਦੀ ਵੀ ਕੀ ਹੋਇਆ ਅੱਜ, ਵੀ ਤੈਨੂੰ ਤਾਂ ਸੋਲੂਸ਼ਨ ਦਿੱਤਾ ਸੀ, ਤੂੰ ਬੜੀ ਸੋਹਣੀ ਬੱਕਰੀ ਲੈ ਕੇ ਗਿਆ ਤੇ ਤੁਰ ਕੇ ਗਿਆ। ਹਾਂਜੀ। ਉਹ ਕਹਿੰਦਾ ਨਹੀਂ, ਉਹਨੇ ਇੱਕ ਹੋਰ ਪੰਗਾ ਖੜਾ ਕਰ ਦਿੱਤਾ ਵੀ ਹੁਣ ਉਹਨੇ ਮੈਨੂੰ ਕਹਿਤਾ ਵੀ ਕੱਲ ਨੂੰ ਨੰਗਾ ਆਈ ਤੇ ਕੁਝ ਪਹਿਨ ਕੇ ਆਈ, ਵੀ ਇਹ ਕਿਦਾਂ ਹੋ ਸਕਦਾ। ਉਹ ਕਹਿੰਦੀ ਵੀ ਦੀਦੀ ਕੋਲ ਜਾਨੀ ਆ, ਉਹ ਸਿਆਣੀ ਆ, ਕੁਛ ਨਾ ਸੋਚ ਲਊਗੀ। ਹਾਂਜੀ। ਉਹ ਫੇਰ ਦੀਦੀ ਕੋਲ ਜਾ ਕੇ ਬੈਠੀ, ਕਹਿੰਦੀ ਅੱਜ ਇੱਕ ਹੋਰ ਪੰਗਾ ਖੜਾ ਹੋ ਗਿਆ। ਉਹਨੇ ਸੁਣੀ ਗੱਲ ਉਹਦੀ, ਉਹ ਕਹਿੰਦੀ ਵੀ ਦੇਖ ਤੁਸੀਂ ਮਸ਼ੇਰੇ ਆ, ਤੁਹਾਨੂੰ ਤਾਂ ਜ਼ਿਆਦਾ ਪਤਾ ਹੋਣਾ, ਉਹਨੂੰ ਕਹਿ ਕੋਈ ਗੱਲ ਨਹੀਂ ਨੰਗਾ ਹੋ ਜਵੇ, ਪਰ ਉੱਤੇ ਮੱਛੀਆਂ ਵਾਲਾ ਜਾਲ ਪਾ ਲਵੇ। ਜੀ। ਦੀਦੀ ਪੂਰੀ ਸਕੀਮਣ। ਉਹ ਪੂਰੀ ਸਕੀਮਣ। ਉਹ ਕਹਿੰਦੀ ਇਹ ਚ ਬੰਦਾ ਨੰਗਾ ਵੀ ਆ ਤੇ ਨਾਲ ਉਹਨੇ ਕੁਝ ਪਹਿਨਿਆ ਵੀ ਜੀ। ਉਹ ਗਿਆ ਦੂਜੇ ਦਿਨ ਮਸ਼ੇਰਿਆਂ ਵਾਲਾ ਜਾਲ ਲੈ ਕੇ ਤੇ ਮਹਿਲਾਂ ਜਾ ਵੜਿਆ। ਉਹ ਰਾਜਾ ਫੇਰ ਦੇਖੇ ਵੀ ਇਹ ਯਾਰ ਕਮਾਲ ਦੀ ਗੱਲ ਆ, ਇਹ ਫੇਰ ਸੋਲੂਸ਼ਨ ਲੈ ਕੇ ਆ ਗਿਆ, ਕੋਈ ਨਾ ਕੋਈ ਹੱਲ ਕੱਢ ਲਿਆ ਹੈ। ਰਾਜਾ ਸੋਚੀ ਪੈ ਗਿਆ ਹੋਣਾ। ਉਹਨੇ ਕਹਿੰਦਾ ਚੱਲ ਫੇਰ ਬੈਠ, ਤੂੰ ਚਾਹ ਪਾਣੀ ਪੀ। ਉਹਨੇ ਫੇਰ ਆਪਣਾ ਵਜ਼ੀਰ ਸੱਦਿਆ, ਕਹਿੰਦਾ ਯਾਰ ਇਹ ਤਾਂ ਬੰਦੇ ਨੇ ਹੱਲ ਲੱਭ ਹੀ ਲਿਆ। ਇਹ ਫੇਰ ਦੂਸਰੀ ਸ਼ਰਤ ਵੀ ਪੂਰੀ ਕਰਤੀ, ਇਹ ਵੀ ਪੂਰੀ ਕਰਤੀ। ਉਹਨੇ ਵਜ਼ੀਰ ਵੀ ਆਲਾ ਕਿਸਮ ਦਾ ਸੀ। ਉਹਨੇ ਸੋਚਿਆ, ਉਹ ਕਹਿੰਦਾ ਵੀ ਇੱਕ ਇਹਨੂੰ ਹੁਣ ਥੋੜਾ ਜਿਹਾ ਟਫ ਦਿੰਨੇ, ਗੱਲ ਥੋੜੀ ਸਖਤ ਕਰਦੇ ਆ। ਕਹਿੰਦਾ ਇਹਨੂੰ ਕਹਿ ਵੀ ਕੋਈ ਬੱਚਾ ਲੈ ਕੇ ਆ, 5 ਸਾਲ ਤੋਂ ਘੱਟ ਉਮਰ ਦਾ ਹੋਵੇ, ਜਿਹੜਾ ਬਾਤਾਂ ਵੀ ਪਾਉਂਦਾ ਹੋਵੇ ਤਾਂ ਬੁਝਾਰਤਾਂ ਵੀ ਵਿੱਚ ਹੋਣ, ਉਹਦੇ ਬਾਤ ਤੇ ਬੁਝਾਰਤ ਇਕੱਠੀ ਹੋਵੇ ਜੀ। ਉਹ ਕਹਿੰਦਾ 5 ਸਾਲਾਂ ਦੇ ਤਾਂ ਬੋਲਣਾ ਨਹੀਂ ਆਉਂਦਾ ਹੁੰਦਾ ਬੱਚੇ ਨੂੰ। ਹਾਂਜੀ। ਤੂੰ ਕਰਦੇ ਹੁੰਦੇ ਆ ਜੀ। ਜੀ। ਤੇ ਕਈਆਂ ਨੂੰ ਤਾਂ ਕਾਵਾਂ ਦਾ ਝੂਠਾ ਦਹੀਂ ਖਿਲਾਉਂਦੇ ਹੁੰਦੇ ਵੀ ਇਹ ਬੋਲਦਾ ਨਹੀਂ। ਉਹ ਜਰਾ ਫੇਰ ਸੋਚਾਂ ਮਾਰਦਾ ਚਲਾ ਗਿਆ ਉਹਦੇ ਕੋਲ। ਉਹਦੇ ਘਰ ਵਾਲੀ ਨੇ ਫੇਰ ਪੁੱਛਿਆ, ਉਹ ਕਹਿੰਦਾ ਇੱਕ ਹੋਰ ਪੰਗਾ ਪੈ ਗਿਆ ਹੁਣ, ਵੀ ਮੇਰੇ ਆਪਣੇ ਤਾਂ ਬੱਚਾ ਹੈ ਨਹੀਂ ਕੋਈ, ਹੁਣ ਤਾਂ ਵਿਆਹ ਹੋਇਆ ਮੇਰਾ। ਹਾਂਜੀ। ਵੀ ਜਿਹੜਾ ਬੱਚਾ ਹੋਇਆ ਵੀ 5 ਸਾਲਾਂ ਦਾ, ਕਿਹੜਾ ਬਾਤਾਂ ਤੇ ਬੁਝਾਰਤਾਂ ਪਾਉਂਦਾ। ਹਾਂਜੀ। ਉਹ ਕਹਿੰਦੀ ਮੈਂ ਜਾਨੀ ਦੀਦੀ ਦੇ ਕੋਲ। ਉਹ ਫੇਰ ਜਾ ਕੇ ਭੈਣ ਨੂੰ ਪੁੱਛਣ ਲੱਗ ਪਈ ਵੀ ਆਹ ਪ੍ਰੋਬਲਮ ਆ ਗਈ ਆ, ਮੁਸ਼ਕਲ ਆ ਗਈ ਸਾਨੂੰ, ਕੋਈ ਇਹਦਾ ਹੱਲ ਲੱਭ। ਉਹ ਕਹਿੰਦੀ ਵੀ ਇਨਸਾਨ ਤਾਂ ਬੁੱਧੂ ਹੀ ਹੁੰਦੇ ਆ, ਇਹਨਾਂ ਦੇ ਤਾਂ ਕੰਮ ਨਹੀਂ ਆਉਣੇ ਬੱਚੇ ਕੋਈ ਵੀ, ਇਹ ਤਾਂ ਬਿਲਕੁਲ ਬੇਵਕੂਫ ਹੈ। ਆ ਸਾਡੇ ਗੁਆਂਢ ਦੇ ਵਿੱਚ ਕਿ ਜਿੰਨ ਰਹਿੰਦਾ, ਜਿੰਨ ਦਾ ਮੁੰਡਾ ਹੈਗਾ 5 ਸਾਲਾਂ ਦਾ, ਇਹ ਸ਼ੈਤਾਨ ਹੈ। ਕਹਿੰਦੀ ਉਹਨੂੰ ਮੈਂ ਪੁੱਛ ਕੇ ਦੇਖ ਲੈਂਦੀ। ਉਹ ਗਈ ਜਿੰਨ ਦੇ ਘਰ, ਕਹਿੰਦੀ ਕਿ ਤੁਹਾਡੇ ਬੱਚੇ ਦੀ ਸਾਨੂੰ ਕੱਲ ਨੂੰ ਲੋੜ ਪੈਣੀ ਹੈ। ਉਹ ਜਿੰਨ ਕਹਿੰਦਾ ਚੱਲ ਤੂੰ ਸਿਆਣੀ ਹੈ, ਤੂੰ ਲੈ ਜਾ, ਤੂੰ ਸਿਆਣੀ ਨੇ ਸਿਆਣੀ ਗੱਲ ਕਰਨੀ ਹੋਣੀ। ਰਿਸਪੈਕਟ ਕਰਦੇ ਸੀ ਸਾਰੇ। ਉਹਨੇ ਉਹਦਾ ਬੱਚਾ ਨਾਲ ਭੇਜਤਾ, ਉਹਦੇ ਮਸ਼ੇਰੇ ਦੇ। ਬੱਚਾ ਫਿਰ ਜਿੰਨ ਦਾ ਬੱਚਾ ਸ਼ੈਤਾਨ ਸੀ ਆਬਵੀਅਸਲੀ। ਉਹਨੇ ਰਾਹ 'ਚ ਹੀ ਪੁੱਛਿਆ, ਉਹ ਕਹਿੰਦਾ ਵੀ ਤੈਨੂੰ ਗੱਲ ਕੀ ਹੋਈ ਹੈ। ਉਹ ਕਹਿੰਦਾ ਯਾਰ ਮੈਨੂੰ ਮਾਰਨਾ ਚਾਹੁੰਦੇ ਆ, ਮੇਰੇ ਘਰ ਵਾਲੀ ਨਾਲ ਵਿਆਹ ਕਰਾਉਣਾ ਚਾਹੁੰਦੇ ਆ, ਇਸ ਕਰਕੇ ਮੈਨੂੰ ਆਹ ਪ੍ਰੋਬਲਮ ਪੈ ਗਈ। ਉਹ ਕਹਿੰਦਾ ਫਿਕਰ ਨਾ ਕਰ, ਮੈਂ ਬਾਤਾਂ ਬੁਝਾਰਤਾਂ ਬਥੇਰੀਆਂ ਜਾਣਦਾ। ਉਹ ਗਿਆ, ਰਾਜੇ ਨੇ ਦੇਖਿਆ ਵੀ ਨਿੱਕਾ ਜਿਹਾ ਨਿਆਣਾ ਲੈ ਕੇ ਤੁਰਿਆ ਫਿਰਦਾ, ਇਹਨੇ ਕੀ ਸੁਣਾਣੀ ਕਹਾਣੀ ਮੈਨੂੰ। ਹਾਂਜੀ। ਕਹਿੰਦਾ ਸੁਣਾ ਬਈ। ਉਹਦਾ ਜਿਹੜਾ ਜਿੰਨ ਦਾ ਬੇਟਾ ਸੀ ਉਹ ਲਾਪਿਆ। ਉਹ ਕਹਿੰਦਾ ਰਾਜਾ ਜੀ ਵੀ ਅਸੀਂ ਠੀਕ ਠਾਕ ਮਤਲਬ ਰੋਟੀ ਖਾਣ ਵਾਲੇ ਵਧੀਆ ਅਮੀਰ ਬੰਦੇ ਆ। ਕਹਿੰਦਾ ਅਮੀਰ ਤਾਂ ਆ ਕਿਉਂਕਿ ਮੇਰਾ ਬਾਪ ਬੜਾ ਸਖਤ ਮਿਹਨਤੀ ਹੈ, ਬੜੀ ਮਿਹਨਤ ਕਰਦਾ ਆ, ਤੇ ਉਹਨੇ ਕੁਛ ਕੁ ਜ਼ਮੀਨ ਦੇ ਕੁਛ ਏਕੜ ਬੜੇ ਉਪਜਾਊ ਜਗ੍ਹਾ ਤੇ ਲਏ ਆ,
ਤੇ ਉੱਥੇ ਅਸੀਂ ਸਰੋਂ ਬੀਜਦੇ ਹਾਂ ਤੇ ਸਾਡਾ ਘਰ ਦਾ ਕੋਲੂ ਆ ਉਹ ਤੇਲ ਕੱਢ ਕੇ ਅਸੀਂ ਤੁਹਾਡੇ ਇੱਥੇ ਰਾਜਧਾਨੀ 'ਚ ਹੀ ਵੇਚਦੇ ਹਾਂ। ਹਾਂਜੀ, ਲੋਕੀ ਵੀ ਸਾਡੇ ਤੋਂ ਤੇਲ ਕਢਾਉਂਦੇ, ਉਹਨਾਂ ਤੋਂ ਤੇਲ ਰੱਖ ਲੈਂਦੇ ਆ, ਉਹ ਵੀ ਵੇਚ ਦਿੰਦੇ ਆ ਤੇ ਉਹਨਾਂ ਸਾਡਾ ਗੁਜ਼ਾਰਾ ਬਹੁਤ ਸੋਹਣਾ ਹੁੰਦਾ। ਸਾਡੇ ਤੋਂ ਮਹਿਲ, ਸਾਡੇ ਤੋਂ ਹਵੇਲੀ ਚੰਗੀ ਆ, ਸਾਡੇ ਤੋਂ ਘਰ ਵਧੀਆ ਆ। ਪਰ ਇੱਕ ਪ੍ਰੋਬਲਮ ਪੈ ਗਈ ਆ ਹੁਣ, ਪਿੱਛੇ ਜਾਏ ਉਹ ਬੁਝਾਰਤ ਵੀ ਆ ਗਈ ਨਾ ਉਹਦੀ। ਹਾਂਜੀ, ਹਾਂਜੀ, ਪਿੱਛੇ ਜਾਏ ਪਿਛਲੇ ਹਫ਼ਤੇ ਹੀ ਮੇਰਾ ਜਿਹੜਾ ਬਾਪ ਸੀ ਉਹ ਸਰੋਂ ਦਾ ਛਿੱਟਾ ਦਿੰਦਾ ਸੀ ਖੱਤਿਆਂ ਦੇ ਵਿੱਚ, ਤੇ ਸਾਡੇ ਖੱਤਿਆਂ ਦੇ ਵਿੱਚ ਇੱਕ ਡੇਟਸ ਨੂੰ ਕੀ ਕਹਿੰਦੇ ਹੁੰਦੇ ਆ, ਖਜੂਰ ਦਾ ਦਰਖਤ ਹੈ। ਕਹਿੰਦਾ ਖਜੂਰ ਦਾ ਦਰਖਤ ਉਹ ਵੈਸੇ ਛਿੱਟਾ ਦੇ ਚੁੱਕਾ ਸੀ ਤੇ ਉਹਦੇ ਤੋਂ ਥੋੜੇ ਜਿਹੇ ਦਾਣੇ ਰਹਿੰਦੇ ਸੀ ਸਰੋਂ ਦੇ। ਹਾਂਜੀ, ਤੇ ਉਹ ਕਹਿੰਦਾ ਉਹਨੇ ਚੱਕ ਕੇ ਜੇਬ 'ਚ ਪਾ ਲਿਆ ਤਾਂ ਖਜੂਰ ਦੇ ਦਰਖਤ ਤੇ ਚੜ ਗਿਆ। ਹਾਂਜੀ, ਉਹ ਜਿਹੜੀਆਂ ਖਜੂਰਾਂ ਨੂੰ ਤੋੜਨ ਲੱਗਾ ਤਾਂ ਉਹਦੀ ਇੱਕਦਮ ਸਾਰੀ ਜਿਹੜੀ ਸਰੋਂ ਡਿੱਗ ਪਈ ਥੱਲੇ। ਹਾਂਜੀ, ਤਾਂ ਕਹਿੰਦਾ ਥੱਲੇ ਡਿੱਗੀ ਤਾਂ ਕੋਈ ਗੱਲ ਨਹੀਂ, ਉਹ ਮਾੜੀ ਨਹੀਂ, ਉਹਦਾ ਫੇਰ ਕੱਢਣੀ ਹੈ ਜੀ। ਪਰ ਉਹਦਾ ਇੱਕ ਦਾਣਾ ਇੱਕ ਖਜੂਰ ਦੇ ਵਿੱਚ ਅਟਕ ਗਿਆ। ਹਾਂਜੀ, ਅੱਛਾ, ਉਹ ਫੜਨੀ ਹੁੰਦੀ ਹੁਣ ਜੀ। ਕਹਿੰਦਾ ਹੁਣ ਮੈਂ ਸਵਾਲ ਤੁਹਾਨੂੰ ਇਹ ਆ ਰਾਜਾ ਜੀ ਵੀ ਉਹ ਦਰਖਤ ਵੱਢ ਦਈਏ, ਉਹ ਦਾਣਾ ਕੱਢਣਾ ਸੀ। ਹਾਂਜੀ, ਉਹ ਰਾਜਾ ਕਹਿੰਦਾ ਇਹ ਚੰਗੀ ਬੁਝਾਰਤ ਪਾਈ ਹੈ। ਉਹ ਕਹਿੰਦਾ ਦੇਖ ਤੁਸੀਂ ਪੈਸਾ ਹੈਗਾ ਤੁਹਾਡੇ ਤੋਂ ਸਾਰਾ ਕੁਝ, ਇੱਕ ਦਾਣਾ ਆ ਸਿਰਫ। ਹਾਂਜੀ, ਉੱਥੇ ਖਜੂਰ ਚੱਟ ਕੇ ਆਇਆ ਜੀ ਜੀ, ਦਾਣੇ ਦਾ ਕਰਕੇ ਤੁਸੀਂ ਦਰਖਤ ਜ਼ਰੂਰ ਵੱਢਣਾ। ਹਾਂਜੀ, ਉਹ ਕਹਿੰਦਾ ਬੱਚਾ ਕਹਿੰਦਾ ਦੇਖੋ ਤੁਸੀਂ ਬਾਦਸ਼ਾਹ ਆ ਐਡੇ ਵੱਡੇ ਮੁਲਕ ਦੇ, ਤੁਹਾਡੇ ਕਿੰਨੀਆਂ ਰਾਣੀਆਂ ਆ, ਤੁਸੀਂ ਕਿਸੇ ਵੀ ਮੁਲਕ 'ਚ ਕਿਸੇ ਵੀ ਕੁੜੀ ਨਾਲ ਵਿਆਹ ਕਰਾਓ ਨਾ, ਹਾਂਜੀ, ਤਾਂ ਉਹਦੇ ਘਰ ਦੇ ਖੁਸ਼ ਹੋ ਕੇ ਦੇਣਗੇ। ਹਾਂਜੀ, ਤੂੰ ਇਹਨੂੰ ਜ਼ਰੂਰ ਵੱਢਣਾ। ਹਾਂਜੀ, ਗਰੀਬ ਨਾਲ ਜ਼ਰੂਰ ਮਾੜੀ ਕਰਨੀ ਆ। ਬਹੁਤ ਵਧੀਆ ਡਾਕਟਰ ਸਾਹਿਬ ਕਹਾਣੀ ਸੀ ਜੀ ਤੁਹਾਡੀ, ਕਾਫੀ ਜ਼ਿਆਦਾ ਇੰਟਰਸਟਿੰਗ ਸੀ। ਹਾਂਜੀ, ਅੱਜ ਦਾ ਵਿਚਾਰ ਹੈ ਜੀ, ਜਿਸ ਪਰਿਵਾਰ ਦਾ ਜੀ ਫਾਂਸੀ ਲੱਗਾ ਹੋਵੇ ਉਸ ਕੋਲ ਰੱਸੀ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।